ਸਤਿ ਸ਼੍ਰੀ ਅਕਾਲ ਜੀ, ਮੈਂ ਸਵਰਨਬੀਰ ਸਿੰਘ ਆਪ ਸਾਰੇ ਜੀ ਦਾ 5K ਬ੍ਰਾਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਅਸੀਂ ਜਿਸ ਮੁੱਦੇ ਤੇ ਅਸੀਂ ਵਿਚਾਰ ਕਰਾਂਗੇ, ਗੱਲ ਕਰਾਂਗੇ, ਉਹ ਮੁੱਦਾ ਹੈ ਕਰਪਸ਼ਨ ਦਾ, ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਹੋਰ ਵੀ ਸਾਡੀਆਂ ਜਿਹੜੀਆਂ ਧਾਰਮਿਕ ਅਦਾਰੇ ਨੇ ਉਹਨਾਂ ਦੇ ਵਿੱਚ ਫੈਲਦਾ ਜਾ ਰਿਹਾ ਹੈ। ਲੇਕਿਨ ਕਿਉਂਕਿ ਇਸ ਵੇਲੇ ਇੱਕ ਮੁੱਦਾ ਹੌਟ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਲੈਕਸ਼ਨ ਦਾ, ਇਸ ਕਰਕੇ ਅਸੀਂ ਉਸ ਤੇ ਜ਼ਿਆਦਾ ਫੋਕਸਡ ਹੈਗੇ ਹਾਂ। ਵੇਖਣ ਦੇ ਵਿੱਚ ਆਇਆ ਹੈ ਕਿ ਜਿਹੜੇ ਮੈਂਬਰਸ ਇਲੈਕਸ਼ਨ ਲੜ ਰਹੇ ਨੇ ਜਾਂ ਆਪਣੇ ਆਪ ਨੂੰ ਸੇਵਾ ਦਾ ਦਾਅਵੇਦਾਰ ਕਹਿੰਦੇ ਨੇ, ਉਹਨਾਂ ਉੱਤੇ ਕਈ ਕੇਸਿਸ ਚੱਲ ਰਹੇ ਨੇ, ਕ੍ਰਿਮੀਨਲ ਕੇਸਿਸ ਨੇ ਜਾਂ ਛੋਟੇ ਮੋਟੇ ਕਈ ਕੇਸਿਸ ਨੇ। ਕਿਉਂਕਿ ਉਹ ਕੇਸਿਸ ਹਾਲੇ ਤੱਕ ਸਾਬਿਤ ਨਹੀਂ ਹੋਏ। ਇੰਡੀਅਨ ਕੋਰਟ ਦਾ ਪ੍ਰੋਸੈਸ ਜਿਹੜਾ ਹੈਗਾ ਵੇ ਇੰਨਾ ਸਲੋ ਵੇ, ਕਿਉਂਕਿ ਕਿਸੇ ਚੀਜ਼ ਨੂੰ ਕਨਵਿਕਟ ਕਰਦੇ ਕਾਫੀ ਟਾਈਮ ਲੱਗ ਜਾਂਦਾ ਵੇ। ਉਸ ਕਨਵਿਕਸ਼ਨ ਦੇ ਦੌਰਾਨ ਹੀ ਉਹ ਕੇਸਿਸ ਇੰਨੇ ਡਿਲੇ ਹੋ ਜਾਂਦੇ ਨੇ ਕਿ ਉਹ ਜਿਹੜੇ ਮੈਂਬਰ ਨੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ, ਜਿਨ੍ਹਾਂ ਤੇ ਕੇਸਿਸ ਵੀ ਹੋਣ, ਉਹ ਇਲੈਕਸ਼ਨ ਵੀ ਲੜ ਜਾਂਦੇ ਨੇ, ਸੇਵਾ ਦੇ ਦਾਅਵੇਦਾਰ ਵੀ ਬਣ ਜਾਂਦੇ ਨੇ, ਸਭ ਕੁਝ ਕਰ ਜਾਂਦੇ ਨੇ। ਤੇ ਹੁੰਦਾ ਕੀ ਹੈ ਕਿ ਸਾਨੂੰ ਇੱਕ ਕਰਪਟ ਕਮੇਟੀ ਮਿਲਦੀ ਹੈ ਜਿਹਦਾ ਕਿ ਅਸੀਂ ਫਿਰ ਖਾਮਿਆਜ਼ਾ ਭੁਗਤਦੇ ਰਹਿੰਦੇ ਹਾਂ। ਅਸੀਂ ਇਸ ਵਾਰੀ ਵੀ ਦੇਖਿਆ ਵੇ, ਸਾਡੇ ਸਕੂਲਾਂ ਦਾ ਜੋ ਹਾਲ ਹੋਇਆ, ਸਾਡੇ ਹਸਪਤਾਲਾਂ ਦਾ ਜੋ ਹਾਲ ਹੋਇਆ, ਸਾਡੇ ਸਟਾਫ ਦਾ ਜੋ ਹਾਲ ਹੋਇਆ, ਇੱਕ ਕਰਪਸ਼ਨ ਦਾ ਹੀ ਰਿਜ਼ਲਟ ਹੈ ਕਿ ਅਸੀਂ ਜਿਹੜੇ ਸਾਡੇ ਅਦਾਰੇ ਨੇ ਉਹ ਡਿੱਗਦੇ ਚਲਦੇ ਜਾ ਰਹੇ ਨੇ। ਸਾਡੇ ਨਾਲ ਇਸ ਵਿਚਾਰ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਵੀਰ ਕੁਲਜੀਤ ਸਿੰਘ ਸਚਦੇਵਾ ਜੀ, ਮੰਨੇ ਪਰਮੰਨੇ ਦਿੱਲੀ ਤੋਂ ਵਕੀਲ ਨੇ। ਸਾਡੇ ਨਾਲ ਮੌਜੂਦ ਨੇ ਸਰਦਾਰ ਭੁਪਿੰਦਰ ਸਿੰਘ ਜੀ, ਜੋ ਕਿ PRO ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ, ਸਰਨਾ ਦਲ ਦੇ। ਉਹਨਾਂ ਨੇ ਕਾਫੀ ਚੀਜ਼ਾਂ ਨੂੰ ਨੇੜੇ ਤੋਂ ਵੇਖਿਆ ਵੇ, ਪਾਰਟੀ ਦੇ ਵਿੱਚ ਵੀ ਨੇ, ਪਾਰਟੀ ਦੇ ਬਾਹਰ ਵੀ ਨੇ, ਐਜ਼ ਅ ਸੰਗਤ ਵੀ ਉਹ ਚੀਜ਼ਾਂ ਨੂੰ ਦੇਖ ਰਹੇ ਨੇ, ਔਰ ਕਮੇਟੀ ਦੇ ਵਿੱਚ ਵੀ ਉਹਨਾਂ ਦਾ ਆਣਾ ਜਾਣਾ ਵੇ, ਤੇ ਇਹ ਇਹਨਾਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਦੇਖਦੇ ਨੇ। ਸੋ ਅਸੀਂ ਸ਼ੁਰੂਆਤ ਅਸੀਂ ਤੁਹਾਡੇ ਦੋਵਾਂ ਜੀਆਂ ਦਾ ਵੈਲਕਮ ਕਰਦੇ ਹਾਂ। ਵੀਰ ਜੀ ਕੁਲਜੀਤ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੁਪਿੰਦਰ ਵੀਰ ਜੀ, ਅਸੀਂ ਤੁਹਾਡੇ ਤੋਂ ਸ਼ੁਰੂਆਤ ਕਰੀਏ ਕਿ ਅਸੀਂ ਇਹ ਵੀ ਦੇਖਿਆ ਕਿ ਪਿਛਲੇ ਕੁਝ ਦਿਨਾਂ 'ਚ 2-3 ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਜਾਰੀ ਕਰ ਰਹੇ ਸੀਗੇ, ਜਿਹਦੇ ਵਿੱਚ ਤੁਸੀਂ ਦਿਖਾ ਰਹੇ ਸੀਗੇ ਕਿ ਤੁਸੀਂ ਕੁਝ FIR ਕੀਤੀ ਹੈ ਜਿਸ ਤੇ ਹਾਲੇ ਤੱਕ ਐਕਸ਼ਨ ਨਹੀਂ ਲਿੱਤਾ ਗਿਆ, ਔਰ FIR ਦਿੱਲੀ ਦੇ ਮੈਂਬਰਾਂ ਦੇ ਜਿਹੜੇ ਹੈਗੇ ਨੇ ਪਾਰਟੀ ਦੇ, ਉਹਨਾਂ ਦੇ ਵਿੱਚ ਹੈ, ਉਹਨਾਂ ਦੇ ਉੱਤੇ ਹੈ। ਉਹ ਕੀ ਕੇਸਿਸ ਹੈ, ਥੋੜਾ ਜਿਹਾ ਖੁੱਲ ਕੇ ਦੱਸੋ ਤੇ ਅਸੀਂ ਵਿਚਾਰ ਚਰਚਾ ਨੂੰ ਅੱਗੇ ਲੈ ਕੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇੱਕ ਹੈ FIR ਹੈ, ਅੰਬਿਕਾ ਟ੍ਰੇਡਿੰਗ ਕੰਪਨੀ ਹੈ ਤੇ ਵਾਨੀ ਟ੍ਰੇਡਿੰਗ ਕੰਪਨੀ ਹੈ, ਜਿਹੜਾ ਕਿ ਫਰਜ਼ੀ ਬਿੱਲ ਬਣੇ ਹੋਏ ਨੇ, ਔਰ ਇਹ ਇਕਨੋਮਿਕ ਸਵਿੰਗ ਨੂੰ ਕੋਰਟ ਦੇ ਰਾਹੀਂ ਦਿੱਤਾ ਗਿਆ ਸੀ ਕਿ ਇਕਨੋਮਿਕ ਸਵਿੰਗ ਨੇ ਸਾਰੀ ਪੜਤਾਲ ਕੀਤੀ ਕਮੇਟੀ ਦੇ, ਤੇ ਉਹ ਤੋਂ ਸਾਰੇ ਚੈੱਕ ਪਾਸ ਹੋਏ ਪਏ ਨੇ ਫਰਜ਼ੀ ਤਰੀਕੇ ਨਾਲ। ਕੰਪਨੀ ਉੱਥੇ ਐਗਜ਼ਿਸਟ ਹੀ ਨਹੀਂ ਕਰਦੀ। ਮਤਨਪੁਰ ਖਾਦਰ ਸਰਿਤਾ ਵਿਹਾਰ ਦੇ ਵਿੱਚ ਉੱਥੇ ਐਗਜ਼ਿਸਟ ਹੀ ਨਹੀਂ ਕਰਦੀ, ਕਿਉਂਕਿ ਸਾਊਥ ਇੰਡੀਆ ਦੇ ਵਿੱਚ ਬਾੜ ਆਈ ਸੀ, ਉਹਦੇ ਨਾਂ ਤੇ ਕਰੋੜਾਂ ਰੁਪਏ ਦੇ ਘੁਟਾਲਾ ਕੀਤਾ ਗਿਆ। ਸਭ ਤੋਂ ਗਜਬ ਦੀ ਗੱਲ ਹੈ, ਉਹਦੇ ਵਿੱਚ 7 ਲੱਖ ਵੈਟ ਵੀ ਭਰਿਆ ਗਿਆ ਗਵਰਨਮੈਂਟ ਦੇ ਨਾਂ ਤੇ। ਤੇ ਦੇਖੋ ਇਹ ਕਿੱਥੇ ਗਿਆ ਪੈਸਾ, ਇਹ ਤੇ ਉਹ ਲੀਡਰਾਂ ਨੂੰ ਪਤਾ ਹੈ ਜਿਹੜੇ ਕਮੇਟੀ ਦੇ ਕਾਬਜ਼ ਨੇ, ਜਿਹੜੇ ਆਪਣੇ ਆਪ ਨੂੰ MLA ਸਾਹਿਬ ਵੀ ਕਹਿੰਦੇ ਨੇ, ਤੇ ਉਹ ਦੱਸਣ ਦਾ ਜਵਾਬ ਉਹ ਦੇ ਹੀ ਨਹੀਂ ਪਾ ਰਹੇ ਜਵਾਬ। ਤੇ ਉਹਨਾਂ ਨੇ ਉਲਟਾ ਮੇਰੇ ਤੇ ਕੇਸ ਪਾਤਾ ਸੀ ਬਾਦਲ ਦਲ ਦੀ ਤਰਫੋਂ ਕਿ ਭੁਪਿੰਦਰ ਜੀ ਗਲਤ ਪਰਚੇ ਦਾਖਲ ਕੀਤਾ ਹੋਇਆ, ਤੇ ਕੋਰਟ ਨੇ ਦੁਆਰਾ ਮੋਹਰ ਲਗਾ ਕੇ ਸਾਰੀ ਇਨਕੁਆਇਰੀ ਕਰਕੇ ਕਿ ਇਹ ਐਕਚੁਅਲੀ ਸਾਰਾ ਕੁਝ ਹੋਇਆ ਹੋਇਆ, ਅਕਾਊਂਟਸ ਦੇ ਮਾਧਿਅਮ ਤੋਂ ਇਹ ਸਾਰੇ ਬਿੱਲ ਪਾਸ ਹੋ ਚੁੱਕੇ ਨੇ। ਉਹ ਪੈਸਾ ਕਿੱਥੇ ਗਿਆ ਇਹ ਕੋਰਟ ਨੂੰ ਵੀ ਨਹੀਂ ਦੱਸ ਪਾ ਰਹੇ, ਤੇ ਕੋਰਟ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਸਾਰੀ ਚੀਜ਼ਾਂ ਕਲੀਅਰ ਹੋ ਗਈਆਂ, ਤੇ ਉੱਥੇ ਦੁਆਰਾ ਮੋਹਰ ਲੱਗ ਗਈ ਕਿ ਸਿਰਸਾ ਸਾਹਿਬ ਨੇ ਇਹ ਗਲਤ ਕੰਮ ਕੀਤੇ ਨੇ। ਵੀਰ ਜੀ, ਇਹ ਜਿਹੜੇ ਗਲਤ ਕੰਮ ਨੇ, ਦੇਖੋ ਅੱਜ ਸਾਡੀਆਂ ਟੀਚਰਾਂ ਵੀ ਸਕੂਲਾਂ ਦੇ ਵਿੱਚ ਪੈਸੇ ਨਹੀਂ ਦੇ ਪਾ ਰਹੇ, ਤੇ ਇਹ ਆਪਣੇ ਖਾਤਿਆਂ ਦੇ ਵਿੱਚ ਪੋਲੀਟੀਕਲ ਪ੍ਰੋਗਰਾਮ ਕਰਵਾਉਣਾ, ਉਹਦੇ ਵਿੱਚ ਇਹਦੇ FIR ਦੇ ਵਿੱਚ ਇੱਕ ਪੋਲੀਟੀਕਲ ਪ੍ਰੋਗਰਾਮ ਹੋਇਆ, ਉਹਦੇ ਵਿੱਚ ਵੀ ਲੱਖੋਂ ਖਰਚਾ ਕੀਤਾ ਗਿਆ। ਜਿਹੜਾ ਕਿ ਇੱਕ MP ਨੇ ਤਿਵਾਰੀ ਸਾਹਿਬ, ਉਹਨਾਂ ਦਾ ਇੱਕ ਪ੍ਰੋਗਰਾਮ ਸੀ, ਉਹਦੇ ਵਿੱਚ ਵੀ ਗੁਰੂ ਦੀ ਗੋਲਕ ਦੇ ਵਿੱਚੋਂ, ਸਭ ਤੋਂ ਵੱਡੀ ਗਜਬ ਦੀ ਗੱਲ ਹੈ, ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਕੱਢਿਆ ਗਿਆ ਤੇ ਉਸ MP ਦੇ ਫੰਕਸ਼ਨ ਦੇ ਵਿੱਚ ਖਰਚ ਕੀਤਾ ਗਿਆ। ਦੂਜਾ ਇਹਦੇ ਵਿੱਚ ਹੈ ਹਰਸ਼ ਆਪਟੀਕਲ ਦਾ, ਜਿਹਦੇ ਵਿੱਚ ਐਨਕਾਂ ਦੇ ਹਜ਼ਾਰਾਂ ਰੁਪਏ ਦੀ ਐਨਕਾਂ ਬਣੀਆਂ, 14 15 ਹਜ਼ਾਰ ਦੀ ਜੀ ਐਨਕ ਕਿਹਨੂੰ ਦਿੱਤੀ ਇਹਨਾਂ ਨੇ। ਇਹ ਵੀ ਸਭ ਤੋਂ ਗਜਬ ਦੀ ਗੱਲ ਹੈ ਕਿ ਐਨਕਾਂ ਦਾ ਵੀ ਬਿੱਲ ਬੜਾ ਜ਼ਬਰਦਸਤ ਆਇਆ, ਤੇ ਉਸ ਤੋਂ ਬਾਅਦ ਉਹਨਾਂ ਦੇ PA ਨੇ ਨਰਿੰਦਰਪਾਲ ਸਿੰਘ, ਜਿਨ੍ਹਾਂ ਨੇ ਲੱਖੋਂ ਰੁਪਇਆ ਗੁਰੂ ਦੀ ਗੋਲਕ ਦੇ ਵਿੱਚੋਂ ਆਪਣੇ ਨਾਂ ਤੇ ਲਿੱਤਾ ਹੋਇਆ ਹੈ। ਉਹ ਇਹ ਚੀਜ਼ਾਂ ਬੜੇ ਈਜ਼ੀ ਕਰ ਜਾਂਦੇ ਨੇ ਵੀਰ ਜੀ। ਜਦੋਂ ਕੋਈ ਗਰੀਬ ਆਪਣੇ ਵਾਸਤੇ ਹੈਲਪ ਮੰਗਣ ਆਵੇ ਤੇ ਉਹਨਾਂ ਵਾਸਤੇ ਪੈਸਾ ਨਹੀਂ ਹੈ, ਕਿ ਪੈਸਾ ਕਿੱਥੋਂ ਹੋਏਗਾ। 123 ਕਰੋੜ ਰੁਪਇਆ ਸਰਨਾ ਸਾਹਿਬ ਛੱਡ ਕੇ ਆਏ ਸੀ। ਅੱਜ ਗੁਰਦੁਆਰਾ ਕਮੇਟੀ ਦੀ ਗੋਲਕ ਦਾ ਕੀ ਹਾਲ ਹੈ ਕਿ ਆਪਣੇ ਟੀਚਰਾਂ ਨੂੰ ਤਨਖਾਹ ਨਹੀਂ ਦੇ ਰਹੇ, ਜਿੱਥੇ ਸਾਡਾ ਭਵਿੱਖ ਬਣਦਾ ਹੈ, ਤਾਂ ਭਵਿੱਖ ਨੂੰ ਵੀ ਅੰਧਕਾਰ ਕਰੀ ਜਾ ਰਹੇ ਨੇ। ਦੇਖੋ
ਆਡਿਟ ਹਰ ਸਾਲ ਕਰਾਉਣ ਔਰ ਸੰਗਤ ਦੇ ਵਿੱਚ ਜਾਣ। ਇਹ ਆਡਿਟ ਵੀ ਕਰਾਈ ਔਰ ਸੰਗਤ ਦੇ ਵਿੱਚ ਵੀ ਲੈ ਕੇ ਗਏ, ਉਹ ਆਡਿਟ ਵੀ ਆਪਣੇ ਪਾਸ ਸੰਭਾਲ ਕੇ ਰੱਖੀ, ਕਿਉਂਕਿ ਆਡਿਟ ਵੀ ਲੱਖੋਂ ਰੁਪਏ 50-60 ਲੱਖ ਜਿੰਨਾ ਨੇ ਇਹਨਾਂ ਨੇ ਖਰਚ ਕੀਤਾ ਆਡਿਟ ਵਾਸਤੇ। ਤੇ ਇਹ ਕੀ ਕਰ ਰਹੇ ਨੇ, ਕਿੰਨਾ ਵੱਡਾ ਗੁਨਾਹ ਕਰ ਰਹੇ ਨੇ ਵੀਰ ਜੀ। ਜੀ ਇਹ ਜਿਹੜਾ ਆਡਿਟ ਇਹਨਾਂ ਨੇ ਕਰਾਇਆ ਵੇ ਇਹ किसी सरकारी संस्था को कराया है या किसी अपने ही किसी बंदे को कराया? नहीं, किसी प्राइवेट संस्था को कराया है, किसी प्राइवेट संस्था को कराया है इन्होंने ऑडिट। कुलजीत वीर जी ਅਸੀਂ ਇਸ ਮੋੜ ਤੇ ਹੁਣ ਤੁਹਾਡੇ ਕੋਲ ਚੱਲਦੇ ਆ ਕਿ ਇਹ ਇੱਕ ਬੜੀ ਹਾਸੋਹੀਨ ਜਿਹੜੀ ਹੈਗੀ ਹੈ ਸਿਚੁਏਸ਼ਨ ਬਣ ਜਾਂਦੀ ਹੈ ਪੂਰੀ ਕਮਿਊਨਿਟੀ ਦੀ ਕਿ ਸੇਵਾ ਦੇ ਨਾਮ ਤੇ ਅਸੀਂ ਚੰਦਾ ਇਕੱਠਾ ਕੀਤਾ, ਉਸ ਚੰਦੇ ਨੂੰ ਅਸੀਂ ਆਪਣੇ ਪੋਲੀਟੀਕਲ ਜਿਹੜੇ ਹੈਗੇ ਨੇ ਫਾਇਦੇ ਵਾਸਤੇ ਯੂਜ਼ ਕੀਤਾ ਜਾਂ ਆਪਣੇ ਰਸੂਖ ਵਾਸਤੇ ਯੂਜ਼ ਕਰ ਲਿਆ। ਬਾਅਦ ਚੋਂ ਗੋਲਕ ਖਾਲੀ ਹੋ ਗਈ, ਫਿਰ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ ਉਹ ਵੀ ਖਤਮ, ਸਾਡੇ ਜਿਹੜੇ ਮੈਡੀਕਲ ਇੰਸਟੀਚਿਊਟ ਨੇ ਉਹ ਵੀ ਖਤਮ, ਜਿਹੜੇ ਸੇਵਾਦਾਰ ਨੇ ਉਹਨਾਂ ਦੀ ਤਨਖਾਹਾਂ ਨਹੀਂ ਗਈਆਂ। ਇਹ ਇੱਕ ਲੰਬਾ ਸਿਲਸਿਲਾ ਚੱਲਦਾ ਆ ਰਿਹਾ ਵੇ, ਭਾਵੇਂ ਉਹ ਕਿਹੜੀ ਵੀ ਕਮੇਟੀ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਤੇ ਭਾਵੇਂ ਉਹ ਦਿੱਲੀ ਦੀ ਇਸ ਵੇਲੇ ਦੀ ਕਮੇਟੀ ਹੋਵੇ। ਵੀਰ ਜੀ ਇਹ ਕੀ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣ ਸਕਦਾ ਵੇ ਜਿਹਦੇ ਵਿੱਚ ਜਿਹੜੇ ਵੀ ਕ੍ਰਿਮੀਨਲ ਨੇ ਜਾਂ ਜਿਨ੍ਹਾਂ ਤੇ ਕੁਝ ਕ੍ਰਾਈਮ ਦੇ ਕੇਸਿਸ ਹੈਗੇ ਨੇ ਉਹ ਸਾਡੇ ਵੋਟਰਸ ਨੂੰ, ਸਿੱਖਾਂ ਨੂੰ ਪਤਾ ਚੱਲ ਜਾਏ ਕਿ ਇਹ ਇਹਨਾਂ ਬੰਦਿਆਂ ਦੇ ਉੱਤੇ ਇਹ ਜਿਹੜੇ ਸੇਵਾਦਾਰ ਦਾ ਵੇਸ਼ ਧਾਰ ਕੇ ਆਏ ਨੇ, ਇਹਨਾਂ ਤੇ ਇਹ ਕੇਸ ਚੱਲ ਰਿਹਾ ਵੇ ਜਾਂ ਇਹ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਨੇ ਤੇ ਇਹਨਾਂ ਨੂੰ ਵੋਟ ਨਹੀਂ ਦੇਣੀ ਹੈ, ਇਹਨਾਂ ਦੇ ਬਾਰੇ ਕੁਝ ਸੋਚ ਵਿਚਾਰ ਕਰਨੀ ਹੈ, ਕੁਝ ਇਹੋ ਜਿਹਾ ਕਾਨੂੰਨ ਬਣ ਸਕਦਾ ਵੇ ਜਾਂ ਹੈਗਾ ਵੇ? ਵੀਰ ਜੀ ਦੇਖੋ, ਤੁਹਾਡੇ ਸਵਾਲ ਦੇ ਵਿੱਚ ਨਾ ਕਈ ਸਾਰੇ ਸਵਾਲ ਲੱਗੇ ਨੇ। ਇੱਕ ਤੁਸੀਂ ਗੱਲ ਕਰ ਰਹੇ ਹੋ ਅਕਾਊਂਟਸ ਦੀ, ਇੱਕ ਤੁਸੀਂ ਗੱਲ ਕਰ ਰਹੇ ਹੋ ਡਿਸਕੁਆਲੀਫਿਕੇਸ਼ਨ ਦੀ। ਅਸੀਂ ਪਹਿਲੇ ਡਿਸਕੁਆਲੀਫਿਕੇਸ਼ਨ ਦੀ ਗੱਲ ਕਰਨੀ ਆ ਕਿ ਐਕਟ ਸਪੈਸੀਫਿਕਲੀ ਡਿਫਾਈਨ ਕਰਦਾ ਹੈ ਕਿ ਵੋਟਰ ਦੇ ਰਾਈਟਸ ਕੀ ਨੇ, ਵੋਟਰ ਕੌਣ ਹੋ ਸਕਦਾ ਹੈ। ਸੈਕਸ਼ਨ 8 ਕਹਿੰਦਾ ਕਿ ਵੋਟਰ ਕੌਣ ਹੋ ਸਕਦਾ ਹੈ ਤੇ ਸੈਕਸ਼ਨ 10 ਕਹਿੰਦਾ ਕਿ ਜਿਹੜਾ ਨੋਮੀਨੇਟਡ ਕੈਂਡੀਡੇਟ ਦੇ ਕਿਹੜੀ ਕੁਆਲੀਫਿਕੇਸ਼ਨ ਤੇ ਕਿਹੜੀ ਡਿਸਕੁਆਲੀਫਿਕੇਸ਼ਨ ਹੈ। ਰਾਈਟ। ਜਦੋਂ ਤੁਸੀਂ ਉਹਦੀ ਪੜਚੋਲ ਕਰਦੇ ਹੋ, ਸਭ ਤੋਂ ਪਹਿਲੇ ਕਹਿੰਦਾ ਕਿ ਉਹਦੀ ਏਜ 25 ਸਾਲ ਹੋਣੀ ਚਾਹੀਦੀ ਹੈ। ਡਿਸਕੁਆਲੀਫਿਕੇਸ਼ਨ ਦਾ ਜਿਹੜਾ ਮੈਂਬਰ ਹੈ ਜਿਹਨੇ ਇਲੈਕਸ਼ਨ ਕੰਟੈਸਟ ਕਰਨਾ ਉਹ 25 ਸਾਲ ਤੋਂ ਛੋਟਾ ਨਹੀਂ ਹੋਣਾ ਚਾਹੀਦਾ। ਨੰਬਰ 2, ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ ਤੇ ਇਲੈਕਟਡ ਮੈਂਬਰ ਨਹੀਂ ਹੋਣਾ ਚਾਹੀਦਾ ਪ੍ਰੀਵੀਅਸ ਕਿਸੇ ਇੰਸਟੀਟਿਊਸ਼ਨ ਦਾ, ਤੇ ਅੰਮ੍ਰਿਤਧਾਰੀ ਹੋਣਾ ਚਾਹੀਦਾ। ਹੁਣ ਇੱਧਰ ਆ ਕੇ ਗੱਲ ਰੁਕਣੀ ਚਾਹੀਦੀ ਹੈ ਕਿ ਅੰਮ੍ਰਿਤਧਾਰੀ, ਕਿਉਂਕਿ ਹੁਣ ਤੱਕ ਅੰਮ੍ਰਿਤਧਾਰੀ ਓਬਵੀਅਸਲੀ ਜਿੰਨੇ ਅੰਮ੍ਰਿਤ ਛਕੇ ਸਰਟੀਫਿਕੇਸ਼ਨ ਹੁਣ ਪਿਛਲੇ 10-15 ਸਾਲਾਂ ਤੋਂ ਹੋਣੀ ਸ਼ੁਰੂ ਹੋਈ ਹੈ। ਪਹਿਲੇ ਸਰਟੀਫਿਕੇਸ਼ਨ ਨਹੀਂ ਹੁੰਦੀ ਸੀ। ਈਵਨ ਜਦੋਂ ਮੈਂ ਅੰਮ੍ਰਿਤ ਛਕਿਆ ਸੀਗਾ ਤੇ ਉਦੋਂ ਸਾਨੂੰ ਸਰਟੀਫਿਕੇਟ ਮਿਲਦਾ ਹੀ ਨਹੀਂ ਸੀਗਾ। ਮੈਂ 12th ਸਟੈਂਡਰਡ ਦੇ ਵਿੱਚ ਸੀਗਾ ਜਦੋਂ ਅਸੀਂ ਅੰਮ੍ਰਿਤਪਾਨ ਕੀਤਾ। ਤੇ ਸਬਸੀਕੁਐਂਟਲੀ ਅੱਗੇ ਚੱਲੀਏ ਕਿ ਐਲਕੋਹਲਿਕ ਨਹੀਂ ਹੋਣਾ ਚਾਹੀਦਾ। ਇੱਕ ਡਿਸਕੁਆਲੀਫਿਕੇਸ਼ਨ ਹੈ ਕਿ ਅਗਰ ਕੋਈ ਮੈਂਬਰ ਐਲਕੋਹਲਿਕ ਹੈ, ਕਿਸੇ ਵੀ ਤਰ੍ਹਾਂ ਦਾ ਨਸ਼ਾ ਪੱਤੀ ਕਰਦਾ ਹੈ, ਹੁਣ ਇਹਦੀ ਇਨਵੈਸਟੀਗੇਸ਼ਨ ਕਿਵੇਂ ਹੋਏਗੀ? ਅਗਰ ਤੁਸੀਂ ਮੈਡੀਕਲੀ ਵੀ ਅਗਰ ਇਹਦੀ ਰਿਸਰਚ ਕਰਾਉਂਦੇ ਹੋ ਕਿ ਅਗਰ ਕੋਈ ਬੰਦਾ ਕੰਜ਼ੰਪਸ਼ਨ ਕਰਦਾ ਹੈ ਐਲਕੋਹਲ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਤੇ ਐਸ ਪਰ ਮੈਡੀਕਲ ਕਾਉਂਸਲ 24 ਘੰਟੇ ਦੇ ਅੰਦਰ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਹੋ ਜਾਏਗਾ ਤੇ ਪਤਾ ਲੱਗ ਜਾਏਗਾ ਕਿ ਉਹਨੇ ਕੰਜ਼ਿਊਮ ਕਰ ਰੱਖਿਆ ਕੋਈ ਐਲਕੋਹਲ। ਲੇਕਿਨ ਅਗਰ 24 ਘੰਟੇ ਤੋਂ ਬਾਅਦ ਉਹਦਾ ਕੋਈ ਸੈਂਪਲ ਜਾਂਦਾ ਹੈ ਤੇ ਕੋਈ ਪ੍ਰੂਵ ਹੀ ਨਹੀਂ ਕਰ ਸਕਦਾ। ਤੇ ਇਹਦੀ ਉਹਦੀ ਆਪਣੀ ਕਨਵਿਕਸ਼ਨ ਹੈ ਕਿ ਉਹ ਨਸ਼ਾ ਕਰਦਾ ਹੈ ਤੇ ਉਹ ਮੈਂਬਰ ਕਿਵੇਂ, ਅਗਰ ਉਹ ਨਸ਼ਾ ਕਰਦਾ ਤੇ ਉਹ ਲੜ ਕਿਉਂ ਰਿਹਾ, ਤਾਂ ਉਹਦੀ ਆਪਣੀ ਸੈਲਫ ਕਨਵਿਕਸ਼ਨ ਹੈ, ਉਹਦੀ ਆਪਣੀ ਸੈਲਫ ਇੱਕ ਇਮਾਨਦਾਰੀ ਹੈ ਕਿ ਉਹਨੇ ਮਤਲਬ ਅਗਰ ਅਸੀਂ ਡਿਸਕੁਆਲੀਫਿਕੇਸ਼ਨ ਨੂੰ ਕਰੀਏ, ਮੇਜਰ ਐਸੇ ਕਲੌਜ਼ਸ ਹੈਗੇ ਨੇ ਜੋ ਉਹਦੇ ਸੈਲਫ ਕਨਵਿਕਸ਼ਨ ਵਾਲੇ ਨੇ ਕਿ ਮੈਂ ਝੂਠ ਬੋਲਣਾ ਕਿ ਨਹੀਂ ਬੋਲਣਾ। ਹੁਣ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਪਤਿਤ ਪੁਣਾ। ਪਤਿਤ ਪੁਣੇ ਦੀ ਡੈਫੀਨੇਸ਼ਨ ਨੂੰ ਵੀ ਅਗਰ ਅਸੀਂ ਡਿਟੇਲ ਦੇ ਵਿੱਚ ਆਈਏ ਕਿ ਬੰਦਾ ਪਹਿਲੇ ਪਤਿਤ ਸੀਗਾ, ਉਹਨੇ ਪਤਿਤ ਪੁਣਾ ਛੱਡਤਾ। ਹੁਣ ਪਤਿਤ ਪੁਣਾ ਕਰਨ ਵੇਲੇ ਔਰ ਛੱਡਣ ਵੇਲੇ ਦੇ ਵਿੱਚ ਕੌਣ ਉਹਨੂੰ ਸਰਟੀਫਾਈ ਕਰ ਰਿਹਾ ਹੈ ਕਿ ਪਹਿਲੇ ਐਲਕੋਹਲ ਪੀਂਦਾ ਸੀਗਾ ਹੁਣ ਨਹੀਂ ਪੀ ਰਿਹਾ, ਪਹਿਲੇ ਉਹ ਦਾੜੀ ਕੱਟਦਾ ਸੀਗਾ ਹੁਣ ਨਹੀਂ ਕੱਟ ਰਿਹਾ, ਤੇ ਇਹਨੂੰ ਸਰਟੀਫਿਕੇਸ਼ਨ ਕਿਹੜਾ ਫੋਰਮ ਕਰ ਰਿਹਾ, ਕਿਹੜਾ ਇੰਸਟੀਟਿਊਸ਼ਨ ਕਰ ਰਿਹਾ, ਉਹ ਕਿਤੇ ਨਾ ਕਿਤੇ ਸਾਡਾ ਇੱਥੇ ਰੂਲਸ ਰੈਗੂਲੇਸ਼ਨਸ ਨਹੀਂ ਹੈਗੇ। ਹੁਣ ਉਸ ਤੋਂ ਅੱਗੇ ਚੱਲਦੇ ਹਾਂ ਕਿ ਇੱਕ ਸਭ ਤੋਂ ਵੱਡੀ ਗੱਲ ਆਉਂਦੀ ਹੈ ਜਿਹੜੀ ਟੌਪਿਕ ਹੈ ਅੱਜ ਦਾ, ਕਨਵਿਕਸ਼ਨ ਜੀ। ਹੁਣ ਇਹਨੂੰ ਸਮਝਣ ਵਾਸਤੇ ਇੱਕ ਬ੍ਰੌਡਲੀ ਸਮਝੀਏ ਕਿ ਸਾਡੀ ਜਿਹੜੀ ਸਰਵੋੱਚ ਇੰਸਟੀਚਿਊਟ ਹੈਗਾ ਪਾਰਲੀਮੈਂਟ ਹਾਊਸ, ਇਹ ਵਾਲਾ ਇਸ਼ੂ ਉੱਥੇ ਵੀ ਰੇਜ਼ ਹੋਇਆ ਸੀਗਾ ਕਿ ਜਿਤਨੇ ਵੀ ਮੈਂਬਰ ਇਲੈਕਸ਼ਨ ਕੈਂਡੀਡੇਟ ਨੇ ਕੰਟੈਸਟ ਕਰਕੇ ਆਉਂਦੇ ਨੇ ਉਹਨਾਂ ਦੇ ਵੀ ਇੱਕ ਡੇਟਾਬੇਸ ਆਇਆ ਸੀਗਾ ਕਿ ਉਹਦੇ ਵਿੱਚ ਮੈਜੋਰਿਟੀ ਮੈਂਬਰ 30-35% ਮੈਂਬਰ ਐਸੇ ਨੇ ਜਿਨ੍ਹਾਂ ਦੇ ਉੱਪਰ ਕਾਫੀ ਹੀਨੀਅਸ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ ਤੇ ਕਾਫੀ ਸਾਰੀ ਰਿਟ ਪਟੀਸ਼ਨ ਫਾਈਲ ਹੋਈਆਂ ਆਨਰੇਬਲ ਸੁਪਰੀਮ ਕੋਰਟ ਦੇ ਅੱਗੇ। ਤੇ ਸੁਪਰੀਮ ਕੋਰਟ ਨੇ ਡਿਸਕੁਆਲੀਫਿਕੇਸ਼ਨ ਕਲੌਜ਼ ਨੂੰ ਬੜਾ ਐਨਾਲਾਈਜ਼ ਕੀਤਾ ਤੇ ਉਹਦੇ ਵਿੱਚ ਵਰਡ ਆਉਂਦਾ ਹੈ ਕਨਵਿਕਸ਼ਨ ਵਰਡ। ਜਦੋਂ ਨੋਮੀਨੇਸ਼ਨ ਫਾਰਮ ਭਰਿਆ ਜਾਂਦਾ ਹੈ ਤੇ ਕੋਈ ਵੀ ਬੰਦਾ ਕਨਵਿਕਟਡ ਨਹੀਂ ਹੈ ਤੇ ਇਟ ਇਜ਼ ਕਲੀਅਰ ਕਿ ਹੀ ਕੈਨ ਕੰਟੈਸਟ ਇਲੈਕਸ਼ਨ। ਉਹ ਸੇਮ ਰੂਲ ਅਪਲਾਈ ਹੁੰਦਾ ਹੈ ਸੈਕਸ਼ਨ K ਦੇ ਅੰਦਰ। 10K ਦੀ ਕੁਆਲੀਫਿਕੇਸ਼ਨ ਹੈ ਜਿਹੜੀ ਕਹਿੰਦੀ ਹੈ ਕਿ
ਮੈਂਬਰ ਜਿਹੜਾ ਇਲੈਕਸ਼ਨ ਕੈਂਡੀਡੇਟ ਹੈਗਾ ਉਹ ਕਨਵਿਕਟਡ ਨਹੀਂ ਹੋਣਾ ਚਾਹੀਦਾ। ਇੱਧਰ ਆ ਕੇ ਗੱਲ ਖਤਮ ਹੋ ਜਾਂਦੀ ਹੈ। ਲੇਕਿਨ ਸਬਸੀਕੁਐਂਟਲੀ 2011 ਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਵਿੱਚ SLP ਫਾਈਲ ਹੁੰਦੀ ਹੈ, ਰਿਟ ਪਟੀਸ਼ਨ ਫਾਈਲ ਹੁੰਦੀ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਹੈ ਕਿ ਲੈਟਸ ਐਗਜ਼ਾਮਿਨ ਅ ਰਾਈਟ ਆਫ ਅ ਵੋਟਰ, ਕਿ ਕੈਂਡੀਡੇਟ ਦੇ ਰਾਈਟ ਨੇ ਜੋ ਡਿਸਕੁਆਲੀਫਿਕੇਸ਼ਨ ਕਹਿੰਦਾ ਜੀ ਹੀ ਹੈਜ਼ ਨਾਟ ਟੂ ਬੀ ਕਨਵਿਕਟਡ ਨਹੀਂ ਹੋਣਾ ਚਾਹੀਦਾ, ਬਟ ਇੱਕ ਵੋਟਰ ਦੇ ਰਾਈਟ ਨੂੰ ਸੁਪਰੀਮ ਕੋਰਟ ਨੇ ਐਗਜ਼ਾਮਿਨ ਕੀਤਾ। ਉਹਨੇ ਕਿਹਾ ਕਿ ਜਿਹੜਾ ਵੋਟਰ ਆਪਣਾ ਇੱਕ ਵੋਟ ਕਾਸਟ ਕਰ ਰਿਹਾ ਹੈ ਔਰ ਉਸ ਬੰਦੇ ਨੂੰ ਵੋਟ ਕਾਸਟ ਕਰ ਰਿਹਾ ਜਿਹਦੇ ਕ੍ਰੈਡੈਂਸ਼ੀਅਲ ਕਿਤੇ ਨਾ ਕਿਤੇ ਕਨੈਕਟਡ ਨੇ ਕ੍ਰਿਮੀਨਲ ਐਕਟੀਵਿਟੀਜ਼ ਦੇ ਨਾਲ, ਕਿਉਂ ਕਿਤੇ ਨਾ ਕਿਤੇ ਵਾਇਲੇਸ਼ਨ ਹੈ ਵੋਟਰ ਦੇ ਨਾਲ। ਵੋਟਰ ਦੀ ਐਂਬਿਟ ਨੂੰ ਬੜਾ ਵੱਡਾ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਵੋਟਰ ਨੂੰ ਇੱਕ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਕਿਸ ਨੂੰ ਵੋਟ ਕਾਸਟ ਕਰ ਰਿਹਾ ਹੈ। ਜੀ ਤੇ ਉਸ ਤੋਂ ਬਾਅਦ ਜਜਮੈਂਟ 2019 ਦੇ ਵਿੱਚ ਡਿਸਾਈਡ ਹੁੰਦੀ ਹੈ ਤੇ ਉਹਦੇ ਵਿੱਚ ਕੁਝ ਰੂਲਸ ਬਣਾਏ ਜਾਂਦੇ ਨੇ, ਜਿਹਦੇ ਵਿੱਚ ਸੁਪਰੀਮ ਕੋਰਟ ਇਲੈਕਸ਼ਨ ਕਮਿਸ਼ਨ ਨੂੰ ਡਾਇਰੈਕਸ਼ਨ ਦਿੰਦਾ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਕਿਸੇ ਵੀ ਮੈਂਬਰ ਨੂੰ ਟਿਕਟ ਦਿੰਦੀ ਹੈ ਉਹਦਾ ਕ੍ਰੈਡੈਂਸ਼ੀਅਲਸ ਤੁਸੀਂ ਆਪਣੀ ਵੈਬਸਾਈਟ ਦੇ ਵਿੱਚ ਪੋਸਟ ਕਰੋਗੇ, ਉਹਦੇ ਸਾਰੇ ਕ੍ਰਿਮੀਨਲ ਕੇਸਿਸ, ਕਿਹੜੇ ਕੇਸਿਸ ਉਹਦੇ ਤੇ ਹੈਗੇ ਨੇ, ਕੀ ਉਹਦਾ ਬੈਕਗ੍ਰਾਉਂਡ ਹੈ, ਸੋ ਦੈਟ ਕਿ ਵੋਟਰ ਨੂੰ ਕਲੈਰਿਟੀ ਹੋਏ ਉਹ ਕਿਹਨੂੰ ਵੋਟ ਪਾ ਰਿਹਾ। ਵੋਟਰ ਡਿਸਾਈਡ ਕਰੇਗਾ ਕਿ ਮੈਂ X ਨੂੰ ਵੋਟ ਪਾਣਾ ਹੈ ਕਿ Y ਨੂੰ ਵੋਟ ਪਾਣਾ ਹੈ। ਨੰਬਰ 2, ਜਿਹੜੀ ਪਾਰਟੀ ਅਗਰ ਕਿਸੇ ਮੈਂਬਰ ਨੂੰ ਆਪਣੀ ਟਿਕਟ ਦੇ ਰਹੀ ਹੈ ਹੋਰ ਉਸ ਮੈਂਬਰ ਦੇ ਖਿਲਾਫ ਕੋਈ ਹੀਨੀਅਸ ਚਾਰजेस ਨੇ, ਡਕੈਤੀ ਦੇ ਚਾਰजेस ਨੇ, ਰੇਪ ਦੇ ਚਾਰजेस ਨੇ, ਫੰਡ ਮਿਸਮੈਨੇਜਮੈਂਟ ਦੇ ਚਾਰजेस ਨੇ, ਤੇ the party has to justify the election commission ਕਿ ਉਹਦੇ ਇਲਾਵਾ ਕੋਈ ਹੋਰ ਅੱਛਾ ਬੰਦਾ ਨਹੀਂ ਮਿਲਿਆ। ਮਤਲਬ ਪਾਰਟੀ has to justify ਕਿ ਇਸ ਨੂੰ ਤੁਸੀਂ ਟਿਕਟ ਕਿਉਂ ਦੇ ਰਹੇ ਹੋ। ਹੁਣ ਇਹ ਵਾਲੀ ਜਜਮੈਂਟ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਸੀਗੀ ਜੋ ਪਿਛਲੇ ਦਿਨੋਂ ਕੋਰਟ ਦੇ ਵਿੱਚ ਲੱਗੀ, ਜਿਹਦੇ ਵਿੱਚ ਜਸਟਿਸ ਚਾਵਲਾ ਦੇ ਅੱਗੇ ਆਈ ਸੀ। ਉਹਨਾਂ ਨੇ ਪੂਰੇ ਕੰਟੈਂਟ ਨੂੰ ਦੇਖਦਿਆਂ ਹੋਇਆ ਕਿ ਦਿਸ ਇਜ਼ ਨਾਟ ਅ ਰਿਟ ਪਟੀਸ਼ਨ, ਦਿਸ ਇਜ਼ ਅ ਪਬਲਿਕ ਇੰਟਰਸਟ ਲਿਟੀਗੇਸ਼ਨ, ਤੇ ਉਹਨਾਂ ਨੇ ਉਹ ਰਿਟ ਪਟੀਸ਼ਨ ਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਕਨਵਰਟ ਕਰਕੇ 17 ਮਈ ਵਾਸਤੇ ਡਬਲ ਬੈਂਚ ਦੇ ਅੱਗੇ ਲਗਵਾਈ। ਜੀ ਤੇ ਮਤਲਬ ਹੁਣ ਇਹ ਸਾਨੂੰ ਇਹ ਜਿਹੜੀ ਪਟੀਸ਼ਨ ਹੈ ਇਹ ਆਉਣ ਵਾਲੇ ਟਾਈਮ ਤੇ ਅਸੀਂ ਵੇਖ ਸਕਦੇ ਹਾਂ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਵੀ ਲਾਗੂ ਹੁੰਦੀ ਹੋਏਗੀ। ਅਸੀਂ ਜਿੱਥੇ ਸਾਡੇ ਸਿੱਖਾਂ ਦੇ ਰਾਈਟਸ ਨੇ ਜਿਹੜੇ ਵੋਟ ਪਾਉਣ ਦੇ ਉਹ ਥੋੜੇ ਜਿਹੇ ਹੋਰ ਬ੍ਰੌਡ ਹੋਣਗੇ। ਕਿ ਦੇਖੋ ਮੇਨਟੇਨੇਬਿਲਿਟੀ ਦੇ ਵਾਸਤੇ ਅਗਰ ਅਸੀਂ ਦਿੱਲੀ ਸਿੱਖ ਗੁਰਦੁਆਰੇ ਐਕਟ ਨੂੰ ਦੇਖਦੇ ਹਾਂ ਤੇ ਉਹਦੇ ਵਿੱਚੋਂ ਕਈ ਐਸੇ ਰੂਲਸ ਰੈਗੂਲੇਸ਼ਨ ਜੋ PP ਐਕਟ ਤੋਂ ਲੈ ਰੱਖੇ ਨੇ, ਜੋ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਤੋਂ ਲੈ ਰੱਖੇ ਨੇ, ਜਿਹੜੇ ਐਕਟ ਤੋਂ ਪਾਰਲੀਮੈਂਟ ਦੇ ਇਲੈਕਸ਼ਨਸ ਹੁੰਦੇ ਨੇ, ਤੇ ਨੋਰਮਸ ਅਸੀਂ ਉਸ ਤੋਂ ਬੋਰੋ ਕੀਤੇ ਨੇ। ਜਿਹੜੇ ਵੀ ਨੋਰਮਸ ਨੇ, ਇਲੈਕਸ਼ਨ ਨੋਰਮਸ ਨੇ, ਹੋਰ ਵੀ ਕਈ ਰੂਲਸ ਰੈਗੂਲੇਸ਼ਨ ਅਸੀਂ ਉਸ ਤੋਂ ਬੋਰੋ ਕੀਤੇ ਨੇ। ਅਗਰ ਅਸੀਂ ਬੋਰੋ ਕਰ ਸਕਦੇ ਤੇ ਜਜਮੈਂਟ ਵੀ ਇੰਪਲੀਮੈਂਟ ਕਰ ਸਕਦੇ, ਔਰ ਇਹਦੇ ਵਿੱਚ ਅਸੀਂ ਕੋਈ ਗਲਤ ਰਿਲੀਜ਼ ਦੇ ਮੰਗ ਨਹੀਂ ਰਹੇ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜਿਹੜਾ ਵੀ ਕਿਰਦਾਰ, ਜਿਹੜਾ ਵੀ ਕੈਂਡੀਡੇਟ ਹੈ ਉਹ ਆਪਣਾ ਡਿਸਕਲੋਜ਼ਰ ਦੇ, ਇੱਕ ਵੋਟਰ ਦਾ ਰਾਈਟ ਹੈ। ਭੁਪਿੰਦਰ ਜੀ, ਅਸੀਂ ਅਗਰ ਤੁਹਾਡੇ ਤੇ ਇੱਕ ਸਵਾਲ ਪੁੱਛਦੇ ਹਾਂ ਕਿ ਆਪਣੀ ਜਿਹੜੀ ਪਾਰਟੀ ਹੈ, ਜਦੋਂ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਵੀ ਕੋਈ ਵੀ ਪਾਰਟੀ ਇਲੈਕਸ਼ਨ ਜਦੋਂ ਜਿੱਤ ਜਾਂਦੀ ਹੈ ਤਾਂ ਉਹ ਜਿਹੜੇ 4 ਸਾਲ ਨੇ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੀ। ਜਦੋਂ ਉਹ ਪਾਵਰ ਤੋਂ ਬਾਹਰ ਹੋ ਜਾਂਦੀ ਹੈ ਉਸ ਵੇਲੇ ਇਹ ਚੀਜ਼ਾਂ ਸਾਹਮਣੇ ਦਿਸਣੀਆਂ ਚਾਲੂ ਹੋ ਜਾਂਦੀਆਂ ਨੇ। ਲੇਕਿਨ ਇੱਕ ਚੀਜ਼ ਹੋਰ ਵੀ ਦੇਖਣ ਦੇ ਵਿੱਚ ਆਈ ਹੈ ਕਿ ਜੋ ਅਸੀਂ ਇਲੈਕਸ਼ਨ ਮੈਨੀਫੈਸਟੋ ਲੈ ਕੇ ਜਾਂਦੇ, ਇਲੈਕਸ਼ਨ ਮੈਨੀਫੈਸਟੋ ਵਿੱਚ ਸਾਡੇ ਕੋਲ ਹੁੰਦੇ ਨੇ ਧਰਮ ਪ੍ਰਚਾਰ ਦਾ ਹੁੰਦਾ ਵੇ, ਸਕੂਲ ਦਾ ਹੁੰਦਾ ਵੇ ਤੇ ਮੈਡੀਕਲ ਦਾ ਹੁੰਦਾ ਵੇ। ਇਹ 3-4 ਦੇ ਅਸੀਂ ਘੁੰਮਦੇ ਹਾਂ, ਪਰ ਇਹ ਇੱਕ ਬੜਾ ਮਹੱਤਵਪੂਰਨ ਇਸ਼ੂ ਹੈ ਕਿ ਜਿਹੜੇ ਵੀ ਸੇਵਾ ਦੇ ਵਜੋਂ ਅੱਗੇ ਆ ਰਹੇ ਨੇ ਉਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ ਹੈ, ਕੁਝ ਹੋਇਆ ਵੇ ਜਾਂ ਨਹੀਂ ਹੋਇਆ ਵੇ, ਉਹ ਅਸੀਂ ਇੱਕ ਰਿਪੋਰਟ ਕਿਉਂ ਨਹੀਂ ਉਹਦੀ ਜਨਤਕ ਕਰਦੇ। ਇਹੋ ਜਿਹਾ ਅਸੀਂ ਇੱਕ ਕਾਨੂੰਨ ਕਿਉਂ ਨਹੀਂ ਆਪਸ ਦੇ ਵਿੱਚ ਆਪਣੀ ਕਮੇਟੀ ਦੇ ਵਿੱਚ ਬੰਦਾ ਕਿ ਜਿਹੜਾ ਵੀ ਇਲੈਕਸ਼ਨ ਲੜੇਗਾ ਉਹ ਇਹਨਾਂ ਚੀਜ਼ਾਂ ਤੋਂ ਕਲੀਅਰ ਹੋਣਾ ਚਾਹੀਦਾ ਵੇ, ਜਾਂ ਅਗਰ ਇਹਨਾਂ ਚੀਜ਼ਾਂ ਤੋਂ ਕਲੀਅਰ ਨਹੀਂ ਹੈਗਾ ਤੇ ਉਹਦੀ ਇਹ ਜਿਹੜੀ ਰਿਪੋਰਟ ਹੈ ਉਹ ਜਨਤਕ ਹੋਣੀ ਚਾਹੀਦੀ ਹੈ। ਨਹੀਂ, ਬਹੁਤ ਅੱਛਾ ਸਵਾਲ ਕੀਤਾ ਵੀਰ ਜੀ। ਇਹ ਇੱਕ ਨਵੀਂ ਸੋਚ ਦੇ ਨਾਲ ਇੱਕ ਹੋਰ ਐਕਟ ਦੇ ਵਿੱਚ ਵੀ ਸੁਧਾਰ ਜਿਹੜਾ ਆਪਣਾ ਹੀ ਬਣਾ ਲਓ ਤੁਸੀਂ। ਆਪਸ ਦੇ ਵਿੱਚ ਵੀ ਤੇ ਤੁਸੀਂ ਆਪਸ ਹੀ ਇਲੈਕਸ਼ਨ ਲੜਦੇ ਹੋ, ਆ ਰਹੇ ਹੋ ਸੇਵਾ ਵਾਸਤੇ, ਆਪਸ ਹੀ ਐਕਟ ਬਣਾ ਲਓ ਜਿਹਦੇ ਤੇ ਵੀ ਇਹ ਚਾਰजेस ਲੱਗਣਗੇ। ਜੋ ਵੀ ਇਸ ਚੀਜ਼ ਦਾ ਲਾਲਚ ਕਰੇਗਾ ਜਾਂ ਇਸ ਚੀਜ਼ ਨੂੰ ਗਲਤ ਸਮਝ ਕੇ ਲੈਣ ਦੀ ਕੋਸ਼ਿਸ਼ ਕਰੇਗਾ ਤੇ ਉਹਨੂੰ ਸਾਰਿਆਂ ਨੂੰ ਮਿਲ ਕੇ ਉਹਨੂੰ ਇੱਕ ਸਾਈਡ ਤੇ ਕਰਨਾ ਚਾਹੀਦਾ ਹੈ। ਸਾਡੇ ਪ੍ਰਧਾਨ ਸਾਹਿਬ ਨੂੰ ਵੀ ਇੱਕ ਜੋ ਅੱਛੇ ਕਰੈਕਟਰ ਨੂੰ ਲੈ ਕੇ ਚੱਲਦੇ ਪਏ ਨੇ ਤੇ
ਇਹ ਚੀਜ਼ਾਂ ਨੂੰ ਰੋਕਣਾ ਪਏਗਾ। ਤੇ ਇਹ ਇੱਕ ਚੀਜ਼ ਬਹੁਤ ਅੱਛੀ ਹੈ, ਤੁਸੀਂ ਸੁਝਾਅ ਅਸੀਂ ਬਿਲਕੁਲ ਦਵਾਂਗੇ, ਇਹ ਹੋਣਾ ਵੀ ਚਾਹੀਦਾ ਵੀ ਜੀ ਫਿਊਚਰ ਦੇ। ਅਸੀਂ ਆਪਣੀ ਪੰਜੀਰੀ ਨੂੰ ਕੀ ਦੇ ਰਹੇ ਹਾਂ? ਫਿਰ ਅਗਰ ਅਸੀਂ ਪੰਜੀਰੀ ਨੂੰ ਆਪਣੀ ਨੂੰ ਅੱਛਾ ਚੀਜ਼ ਦਵਾਂਗੇ ਤੇ ਅੱਜ ਇੱਕ ਚੀਜ਼ਾਂ ਰੁਕਣਗੀਆਂ ਨਹੀਂ। ਇਹ ਪਿਛਲੀ ਮਤਲਬ ਜੋ ਚੀਜ਼ਾਂ ਹੋਈਆਂ ਨੇ ਤੇ ਇਹ ਤੇ ਅੱਗੇ ਰੁਕਣੀਆਂ ਚਾਹੀਦੀਆਂ ਵੀਰ ਜੀ, ਭਾਵੇਂ ਕੋਈ ਵੀ ਹੋਵੇ ਮੈਂਬਰ। ਦੇਖੋ ਭਾਵੇਂ ਉਹਦੇ ਚ ਮੈਂ ਵੀ ਕਿਉਂ ਨਾ ਹੋਵਾਂ, ਮੈਂ ਵੀ ਇਨਕਲੂਡ ਕਰਦਾ, ਤੇ ਉਹਦੇ ਤੇ ਵੀ ਲਾਗੂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ। ਜੇ ਮੈਂ ਆਪਣੇ ਤੇ ਲਾਗੂ ਨਹੀਂ ਕਰਾਂਗਾ ਤੇ ਮੈਂ ਦੂਸਰੇ ਨੂੰ ਕਿਸ ਤਰ੍ਹਾਂ ਰੋਕਾਂਗਾ? ਸਵਾਲ ਤੇ ਇਹ ਉੱਠਦਾ ਨਾ, ਸਵਾਲ ਇਹ ਉੱਠਦਾ ਕਿ ਮੈਂ ਆਪਣੇ ਤੇ ਲਾਗੂ ਨਹੀਂ ਕਰਾਂਗਾ ਤੇ ਰੋਕਾਂਗਾ। ਇਸ ਤਰ੍ਹਾਂ ਤੇ ਸਾਰੇ ਮੈਂਬਰਾਂ ਨੂੰ ਆਪਣੇ ਤੇ ਲਾਗੂ ਕਰਨੀ ਚਾਹੀਦੀ ਹੈ। ਔਰ ਵੈਲ ਵਿਸ਼ਨ ਵਾਸਤੇ ਤੁਸੀਂ ਸੁਸਾਇਟੀ ਦੇ ਆ ਰਹੇ, ਸਿੱਖ ਸੁਸਾਇਟੀ ਵਾਸਤੇ, ਤੇ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਨਵਾਂ ਐਕਟ ਵੀ ਬਣਾਓ, ਕਾਨੂੰਨ ਤੋਂ ਵੀ ਉੱਪਰ ਸੰਗਤ ਹੈ, ਜਿਸ ਤਰ੍ਹਾਂ ਸਾਡਾ ਅਕਾਲ ਤਖਤ ਸਾਹਿਬ ਸਰਵੋੱਚ ਹੈ, ਤੇ ਇਹ ਚੀਜ਼ਾਂ ਅਕਾਲ ਤਖਤ ਸਾਹਿਬ ਤੇ ਹੋਣੀਆਂ ਚਾਹੀਦੀਆਂ ਲਾਗੂ। ਦੇਖੋ ਨਾ, ਇਹਨਾਂ ਦੇ ਪਿਛਲੇ ਮੈਂਬਰ ਨੇ, ਉਹਨਾਂ ਨੇ ਧਮਕੀਆਂ ਦੇ ਰਹੇ ਨੇ, ਕਿਰਦਾਰ ਉਹਨਾਂ ਦਾ ਬੀਐਲ ਲੈ ਕੇ ਹੱਥ ਦੇ ਚ ਚੱਲਣ ਦਾ, ਤੇ ਦੂਜੇ ਲੋਕਾਂ ਨੂੰ ਉਹ ਧਮਕੀਆਂ ਦੇ ਰਹੇ ਨੇ। ਮੇਰੇ ਤੇ ਵੀ ਕੇਸ ਪਾਤਾ 10 ਲੱਖ ਦਾ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ? ਤੇ ਰੋਕਣ ਦੇ ਵਿੱਚ ਵੀ ਇਹ ਲੋਕ ਬੜੀ ਸ਼ਰਮਾਈ ਦੇ ਨਾਲ ਵੀਰ ਜੀ ਅੱਗੇ ਆਉਂਦੇ ਨੇ ਤੇ ਦੂਸਰੇ ਬੰਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਉੱਥੇ ਅਕਾਲ ਤਖਤ ਸਾਹਿਬ ਔਰ ਸੰਗਤ ਦੀ ਬਹੁਤ ਵੱਡੀ ਜਿਹੜੀ ਹੈ ਨਾ ਭੂਮਿਕਾ ਹੋਣੀ ਚਾਹੀਦੀ ਹੈ, ਕਿਉਂਕਿ ਇਹੋ ਜਿਹੇ ਬੰਦਿਆਂ ਦੇ ਖਿਲਾਫ ਵੀ ਖੜੇ ਹੋਣ। ਮੈਂ ਤੇ ਇੱਕ ਸੱਦਾ ਦਿੱਤਾ ਸੀ ਆਪਣੇ ਵੀਰਾਂ ਨੂੰ ਕਿ ਮੈਂ ਇੱਕ ਇਹ ਕੰਮ ਕਰਨ ਜਾ ਰਿਹਾ ਤੇ ਤੁਸੀਂ ਵੀ ਮੇਰੇ ਨਾਲ ਆਓ। ਮੈਂ ਇਕੱਲੇ ਨਾਲ ਨਹੀਂ ਕੰਮ ਮੁੱਕਣਾ ਵੀਰ ਜੀ, ਇਹ ਤੇ ਹੋਰ ਵੀ ਵੀਰਾਂ ਨੂੰ ਸਟੈਂਡ ਲੈਣਾ ਪਏਗਾ, ਤਾਂ ਹੀ ਇਹ ਕੰਮ ਮੁੱਕੇਗਾ ਗੁਰਦੁਆਰਾ ਕਮੇਟੀਆਂ ਦੇ ਵਿੱਚ, ਨਹੀਂ ਤੇ ਇਹ ਕੰਮ ਨਹੀਂ ਰੁਕੇਗਾ, ਇਸ ਤਰ੍ਹਾਂ ਹੀ ਹੁੰਦਾ ਰਹੇਗਾ। ਪਰ ਇਹਦੇ ਵਾਸਤੇ ਤੁਸੀਂ ਬੜੀ ਅੱਛੀ ਸੋਚ ਦਿੱਤੀ ਹੈ ਕਿ ਇਹਨੂੰ ਚੀਜ਼ ਨੂੰ ਸਾਨੂੰ ਖੜਾ ਹੋਣਾ ਪਏਗਾ, ਸਾਰੇ ਵੀਰਾਂ ਨੂੰ, ਮੈਕਸਿਮਮ ਵੀਰਾਂ ਨੂੰ। ਦੇਖੋ ਇੱਥੇ ਤੇ ਹਰ ਪ੍ਰਧਾਨ ਜਿਹੜਾ ਆਇਆ ਬਾਦਲ ਦਲ ਦਾ, ਉਹ ਗੁਨਾਹ ਹੀ ਕਰਕੇ ਗਿਆ। ਤੇ ਜੀ ਇਹ ਚੀਜ਼ਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਵੀਰ ਜੀ। ਔਰ ਸਾਡੇ ਇੱਕ ਹੈਡ ਗ੍ਰੰਥੀ ਨੇ ਜਿਹੜੇ ਰੋਜ਼ ਮੰਗਦੇ ਨੇ, ਸਰ ਤੁਹਾਡੀ ਸੱਚਾਈ ਸਾਹਮਣੇ ਆਏ, ਤੁਹਾਨੂੰ ਮੰਗਣ ਦੀ ਲੋੜ ਨਹੀਂ ਪਏਗੀ ਕਿਸੇ ਨੂੰ। ਸੰਗਤ ਪਾਸ ਆਨਾ ਉਪਰਾਲਾ ਹੈਗਾ ਕਿ ਉਹ ਤੁਹਾਨੂੰ ਆਨਾ ਬਖਸ਼ ਦੇਣਗੇ ਕਿ ਤੁਹਾਨੂੰ ਸੋਚ ਵੀ ਨਹੀਂ ਸਕਦੇ ਵੀਰ ਜੀ, ਪਰ ਤੁਸੀਂ ਸੱਚਾਈ ਤੇ ਤਾਂ ਆਓ ਜੀ। ਕੁਲਜੀਤ ਤੇ ਗੁਨਾਹ ਸੱਚਾਈ ਦਾ ਹੈ। ਕੁਲਜੀਤ ਵੀਰ ਜੀ, ਇਸ ਚੀਜ਼ ਦੇ ਉੱਤੇ ਕੁਝ ਹੋ ਸਕਦਾ ਵੇ ਕਿ ਇਹ ਹਲੇ ਵੀ ਸਿਰਫ ਇੱਕ ਹਵਾਈ ਗੱਲਾਂ ਹੀ ਰਹਿ ਜਾਣਗੀਆਂ ਕਿ ਅਸੀਂ ਇੱਕ ਪਟੀਸ਼ਨ ਪਾਤੀ, ਸੁਪਰੀਮ ਕੋਰਟ ਨੇ ਮੰਨ ਲਈ, ਫਿਰ ਉਹਨੂੰ ਰਿਜੈਕਟ ਕਰਤਾ, ਫਿਰ ਇਲੈਕਸ਼ਨ ਆ ਗਏ, ਫਿਰ ਸਾਰੇ ਭੁੱਲ ਗਏ, ਫਿਰ ਇੱਕ ਨਵੇਂ ਸਿਰ ਤੋਂ ਹੋ ਗਿਆ? ਕਿਉਂਕਿ ਇਹ ਪਿਛਲੇ ਕਾਫੀ ਸਾਲ ਤੋਂ ਹੋ ਰਿਹਾ ਵੇ। ਔਰ ਸੁਪਰੀਮ ਕੋਰਟ ਕਹੇ ਨਾ ਕਹੇ, ਲੇਕਿਨ ਜਿਹੜੀ ਸਾਡਾ ਸੁਪਰੀਮ ਆਤਮਾ ਵੇ ਉਹ ਤੇ ਸਾਡੀ ਕਹਿੰਦੀ ਹੈ ਕਿ ਮੈਂ ਗਲਤ ਕਰ ਰਿਹਾ ਵਾਂ ਜਾਂ ਮੈਨੂੰ ਇਸ ਬੰਦੇ ਕੋਲ ਹਿਸਾਬ ਲੈਣਾ ਚਾਹੀਦਾ ਵੇ। ਸਿਰਫ ਇੱਕ ਹੈ ਮੈਂ ਪਤਾ ਨਹੀਂ ਇੱਕ ਪਾਰਟੀ ਦੇ ਨਾਲ ਅਟੈਚ ਹੋ ਕੇ ਉਹਨੂੰ ਸਪੋਰਟ ਕਰ ਰਿਹਾ ਵਾਂ ਜਾਂ ਮੇਰਾ ਕੋਈ ਆਪਣਾ ਪਰਸਨਲ ਇੰਟਰਸਟ ਹੈ। ਆਪਣੀ ਸਾਡੀ ਆਤਮਾ ਤੇ ਇਹ ਗੱਲ ਦੱਸਦੀ ਹੈ ਅਸੀਂ, ਲੇਕਿਨ ਹਲੇ ਅਸੀਂ ਮੂਵ ਕਰ ਰਹੇ ਹਾਂ ਸੁਪਰੀਮ ਕੋਰਟ ਵੱਲ। ਕੀ ਕੁਝ ਉਮੀਦ ਹੈ, ਕੁਝ ਹੋ ਸਕਦਾ ਹੈ? ਦੇਖੋ ਵੀਰ ਜੀ, ਸਭ ਕੁਝ ਹੁਕਮ ਦੇ ਅੰਦਰ ਹੈ। ਅਸੀਂ ਤੁਸੀਂ ਵੀ ਹੁਕਮ 'ਚ ਬੈਠੇ ਆ, ਜੋ ਹੋਣਾ ਹੋ ਕੇ ਰਹਿਣਾ ਤੇ ਜੋ ਨਹੀਂ ਹੋਣਾ ਨਹੀਂ ਹੋਣਾ। ਮੈਂ ਸਮਝਦਾ ਪਿਛਲੇ ਇੱਕ ਹਫ਼ਤੇ ਦੇ ਅੰਦਰ ਕਾਫੀ ਅਵੇਅਰਨੈਸ ਹੈ, ਸੰਗਤ ਜਾਗ ਰਹੀ ਹੈ। ਇਵਨ ਕਈ ਨੋਮੀਨੇਸ਼ਨ ਜਿਹੜੀ ਫਾਈਲ ਹੋਈਆਂ ਨੇ ਉਹਨਾਂ ਵਿੱਚ ਇੱਕ ਸਪੈਸੀਫਿਕ ਆਬਜੈਕਸ਼ਨ ਆਇਆ ਹੈ ਕਿ ਪੰਜਾਬੀ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ। ਪਰ ਇਹ ਸੰਗਤ ਦੀ ਤਰਫ ਤੋਂ ਰਿਪਰੈਜ਼ੈਂਟੇਸ਼ਨ ਕਈ ਜਿਹੜੇ ਕੈਂਡੀਡੇਟ ਨੇ ਆਈ ਹੈ ਕਿ ਵੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਜੋ ਇੱਕ ਸਭ ਤੋਂ ਵੱਡੀ ਡਿਸਕੁਆਲੀਫਿਕੇਸ਼ਨ ਹੈ। ਸਾਡਾ ਅਦਾਰਾ ਗੁਰਮਤ ਦਾ ਅਦਾਰਾ ਹੈ, ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਤੇ ਫਿਰ ਮੈਂ ਕਰਾਂਗਾ ਕੀ? ਕਿਉਂਕਿ ਮੇਰੀ ਕੁਆਲੀਫਿਕੇਸ਼ਨ ਜੋ ਵੀ ਹੈ, ਮੇਰਾ ਇੰਸਟੀਚਿਊਟ ਸਿੱਖ ਧੜੇ ਨੂੰ, ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਮੈਂ ਇੱਕ ਰਿਪਰੈਜ਼ੈਂਟੇਸ਼ਨ ਕਰਨੀ ਹੈ। ਮੈਂ ਕਸਟੋਡੀਅਨ ਬਣਾਂਗਾ ਇਲੈਕਸ਼ਨ ਕੰਟੈਸਟ ਕਰਨ ਤੋਂ ਬਾਅਦ, ਜਿੱਤਣ ਤੋਂ ਬਾਅਦ। ਮੈਨੂੰ ਪੰਜਾਬੀ ਲਿਖਣੀ, ਬੋਲਣੀ, ਪੜ੍ਹਨੀ ਨਹੀਂ ਆਉਂਦੀ ਤੇ ਮੈਂ ਕੀ ਕਰਾਂਗਾ? ਅਗਰ ਸੰਗਤ ਦੀ ਤਰਫ ਤੋਂ ਇਹ ਗੱਲ ਉੱਠੀ ਹੈ ਤੇ ਸ਼ਲਾਘਾਯੋਗ ਹੈ। ਤੇ ਜਦੋਂ ਅਸੀਂ ਆਪਣੀ ਗੱਲਾਂ ਚੁੱਕਣੀਆਂ ਸ਼ੁਰੂ ਕਰ ਦਾਂਗੇ, ਜਦੋਂ ਅਸੀਂ ਪੁੱਛਣੇ ਸ਼ੁਰੂ ਕਰ ਦਾਂਗੇ ਵੀ ਤੁਸੀਂ ਕੀਤਾ ਕੀ, ਉਹ ਜਿਵੇਂ ਭਾਈ ਸਾਹਿਬ ਨੇ ਬੋਲਿਆ ਜੀ ਅਸੀਂ 120 ਕਰੋੜ ਛੱਡ ਗਏ ਸੀ, ਮੈਨੂੰ 120 ਕਰੋੜ ਨਹੀਂ ਪਤਾ, ਨਾ ਮੈਨੂੰ 70 ਕਰੋੜ ਪਤਾ ਹੈ, ਜੋ ਵੀ ਫਿਗਰ ਸੀ। ਹੁਣ ਇਹ ਕੀ ਛੱਡ ਕੇ ਜਾ ਰਹੇ ਨੇ? ਸਭ ਤੋਂ ਇੰਪੋਰਟੈਂਟ ਹੈ ਵੀ ਇਹਨਾਂ ਨੇ 120 ਕਰੋੜ ਕਿਹਾ, ਇਟ ਕੈਨ ਬੀ 100 ਕਰੋੜ, 70 ਕਰੋੜ, 80 ਕਰੋੜ, ਜੋ ਵੀ ਫਿਗਰ ਹੈ। ਹੁਣ ਇਹ ਕੀ ਛੱਡ ਕੇ ਜਾ ਰਹੇ ਨੇ, ਵਿਚ ਇਜ਼ ਇੰਪੋਰਟੈਂਟ ਕਿ ਮਾਈਨਸ ਵਿੱਚ ਹੈ। ਅਸੀਂ ਖੜੇ ਕਿੱਥੇ ਆ, ਅਸੀਂ ਪਹੁੰਚਾਂਗੇ ਕਿੱਥੇ? ਇੱਕ ਛੋਟੀ ਜੀ ਗੱਲ ਹੈ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ, ਅਗਰ ਗੁਰੂ ਨਾਨਕ ਸਾਹਿਬ ਨੇ ਸ਼ਸਤਰ ਚੁੱਕਣਾ ਹੁੰਦਾ, ਹਾਲਾਂਕਿ ਗੁਰੂ ਨਾਨਕ ਸਾਹਿਬ ਸ਼ਸਤਰ ਦੇ ਧਨੀ ਸਨ, ਲੇਕਿਨ ਉਹ ਹੁਕਮ ਦੇ ਅੰਦਰ ਸਨ। ਉਹਨਾਂ ਨੇ ਜੋ ਕਮਿਊਨਿਟੀ ਨੂੰ ਦੇਣਾ ਸੀ, ਕੰਟਰੀ ਨੂੰ ਦੇਣਾ ਸੀ, ਸੋਸਾਇਟੀ ਨੂੰ ਦੇਣਾ ਸੀ, ਦਿੱਤਾ। ਅਸੀਂ ਅੱਜ ਮਾਨ ਕਰਨੇ ਆ। ਪਾਰਟੀਸ਼ਨ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ, ਅਸੀਂ ਮਾਨ ਕਰਨੇ ਆ। 50 ਸਾਲ ਬਾਅਦ ਸਾਡੇ ਤੇ ਕੌਣ ਮਾਨ ਕਰੇਗਾ? ਅਸੀਂ ਕੀ ਦੇ ਕੇ ਜਾ ਰਹੇ ਹਾਂ?
ਬਹੁਤ ਅੱਛੀ ਗੱਲ। ਅਸੀਂ ਮਾਨਯੋਗ ਕਰਨ ਵਾਲੀ ਕੋਈ ਗੱਲ ਕਰ ਰਹੇ ਹਾਂ ਕਿ ਸਾਨੂੰ ਕੋਈ ਮਾਨ ਕਰੇ ਕਿ ਸਾਡੇ ਬਜ਼ੁਰਗਾਂ ਨੇ, ਮੇਰੇ ਬੱਚਿਆਂ ਦੇ ਬੱਚੇ ਸਾਨੂੰ ਕੀ ਕਹਿਣਗੇ ਕਿ ਇਹਨਾਂ ਨੇ ਗੁਰਦੁਆਰੇ ਵੇਚ ਖਾਦੇ, ਇਹਨਾਂ ਨੇ ਇੰਸਟੀਟਿਊਸ਼ਨ ਬੰਦ ਕਰਾਤੇ। ਸਾਡੇ ਬਜ਼ੁਰਗਾਂ ਨੇ ਸਰਕਾਰਾਂ ਤੋਂ ਲੜ ਕੇ, ਮੈਂ ਇੱਕ ਕਿਤਾਬ ਦਿਆਂਗਾ, ਮੈਂ ਚਾਹਨਾ ਸਾਰੇ ਪੜੋ, ਸਰਕਾਰਾਂ ਤੋਂ ਲੜ ਕੇ ਇੰਸਟੀਟਿਊਸ਼ਨ ਖੜੇ ਕੀਤੇ, ਗੁਰਦੁਆਰੇ ਦੀ ਇਮਾਰਤਾਂ ਖੜੀਆਂ ਕੀਤੀਆਂ, ਅੱਜ ਅਸੀਂ ਉਹਨਾਂ ਨੂੰ ਵੇਚੀ ਜਾ ਰਹੇ। ਅੱਜ ਸਾਡੀ ਪ੍ਰਾਪਰਟੀਆਂ ਖਤਮ ਹੋ ਰਹੀਆਂ ਨੇ, ਅੱਜ ਸਾਡੇ ਗੁਰਦੁਆਰੇ ਬੰਦ ਹੋ ਰਹੇ ਨੇ, ਕਿਉਂਕਿ ਅਸੀਂ ਸੋ ਚੁੱਕੇ ਆ, ਸਾਡੇ ਕਿਰਦਾਰ ਖਤਮ ਹੋ ਗਏ ਨੇ। ਇਹ ਜਿਹੜੇ ਸਵਾਲ ਨੇ ਉਹ ਕੁਝ ਨੇ ਬੜੇ ਜ਼ਰੂਰੀ ਬੰਦੇ ਨੇ, ਲੇਕਿਨ ਜੀ ਇੱਕ ਮੈਂ ਹੋਰ ਗੱਲ ਕਰਨਾ ਚਾਹਨਾ ਸਰਨਵੀਰ ਜੀ, ਮੈਂ ਇੱਕ ਆਰਟੀਆਈ ਪਾਈ ਸੀ, ਮੇਰੇ ਨਾਂ ਤੋਂ 600 ਪਲੱਸ ਆਰਟੀਆਈ ਲੱਗੀਆਂ ਹੋਈਆਂ, ਉਹਦੇ ਵਿੱਚ 123 ਕਰੋੜ ਰੁਪਏ ਦਾ ਨਿਕਲ ਕੇ ਆਇਆ ਸੀ। ਜਦੋਂ ਮੈਂ ਸਰਨਾ ਸਾਹਿਬ ਕੋਲ ਗਿਆ, ਉਹਦੀ ਮੇਰੀ ਮੀਟਿੰਗ ਸੀ, ਮੈਂ ਕਿਹਾ ਸਰਨਾ ਸਾਹਿਬ ਤੁਸੀਂ 123 ਕਰੋੜ ਰੁਪਏ ਛੱਡ ਕੇ ਆਏ ਹੋ, ਤੇ ਹਰਵਿੰਦਰ ਸਿੰਘ ਸਰਨਾ ਜੀ ਨੂੰ ਪਤਾ ਹੀ ਨਹੀਂ ਸੀ, ਵੱਡੇ ਸਰਨਾ ਜੀ ਨੂੰ ਨਹੀਂ ਪਤਾ ਸੀ ਕਿ ਅਸੀਂ ਪੈਸਾ ਕਿੰਨਾ ਛੁੱਟ ਕੇ ਆਇਆ। ਕਿਉਂ ਨਹੀਂ ਪਤਾ ਸੀ? ਕਿਉਂਕਿ ਉਹਨਾਂ ਦਾ ਇੱਧਰ ਧਿਆਨ ਹੀ ਨਹੀਂ ਗਿਆ ਸੀ ਸਰ। ਇਹ ਬਿਲਕੁਲ ਐਗਜ਼ੈਕਟ ਹੈ, 123 ਕਰੋੜ ਦੀ ਜਿਹੜੀ ਐਫਡੀ ਛੱਡ ਕੇ ਆਇਆ ਸੀ, ਉਹਦਾ ਮੇਰੇ ਪਾਸ ਆਰਟੀਆਈ ਦਾ ਜਵਾਬ ਆਇਆ ਸੀ। ਮੈਂ ਵੀ ਜੀ ਵਿਦ ਡਿਊ ਰਿਸਪੈਕਟ ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ, ਅਗਰ ਮੌਜੂਦਾ ਕਮੇਟੀ ਦੇ ਪਿਛਲੀਆਂ ਕਮੇਟੀਆਂ, ਦਿੱਲੀ ਸਿੱਖ ਗੁਰਦੁਆਰਾ ਐਕਟ 1971 ਚ ਬਣਿਆ ਸੀਗਾ, ਲੇਕਿਨ ਇਸ ਤੋਂ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਐਕਟ ਦੀ ਰਜਿਸਟ੍ਰੇਸ਼ਨ ਹੋਈ ਸੀ ਸੁਸਾਇਟੀ ਐਕਟ ਦੇ ਅੰਦਰ ਜੀ, ਜਿਹਦੇ ਵਿੱਚ ਸਪੈਸੀਫਿਕਲੀ ਲਿਖਿਆ ਗਿਆ ਸੀਗਾ ਕਿ ਅਸੀਂ ਸੰਗਤ ਨੂੰ ਆਪਣਾ ਡੇਟਾ, ਆਪਣੇ ਅਕਾਊਂਟਸ ਨੂੰ ਮੰਥਲੀ ਈਅਰਲੀ ਬੇਸਿਸ ਦੇ ਵਿੱਚ ਪ੍ਰੋਵਾਈਡ ਕਰਾਵਾਂਗੇ। 1938 ਦੀ ਵਿਜ਼ਨ ਸੀਗੀ ਕਿ ਅਸੀਂ ਸੰਗਤ ਨੂੰ ਜੋ ਵੀ ਪੈਸਾ ਆ ਰਿਹਾ ਹੈ, ਜੋ ਜਾ ਰਿਹਾ ਹੈ, ਬਤੌਰ ਕਸਟੋਡੀਅਨ ਅਸੀਂ ਡਿਊਟੀ ਸਮਝ ਕੇ ਅਸੀਂ ਅਫੈਕਸ ਕਰਾਂਗੇ ਹਰ ਗੁਰਦੁਆਰੇ ਸਾਹਿਬਾਨ ਦੀ ਦੀਵਾਰਾਂ ਦੇ ਉੱਤੇ। ਇਹ ਮੈਂ ਨਹੀਂ ਕਹਿ ਰਿਹਾ, ਇਹ 1938 ਦਾ ਜਿਹੜਾ ਇੱਕ ਰੈਗੂਲੇਸ਼ਨ ਪਾਸ ਹੋਇਆ ਸੀਗਾ ਉਹ ਕਹਿ ਰਿਹਾ। ਉਸ ਤੋਂ ਬਾਅਦ 1971 ਦੇ ਵਿੱਚ ਐਕਟ ਆਇਆ, ਐਕਟ ਦੇ ਵੀ ਪਾਰਟ 5 ਸਪੈਸੀਫਿਕਲੀ ਕਹਿੰਦਾ ਹੈ ਕਿ ਮੰਥਲੀ ਸਟੇਟਮੈਂਟ ਆਫ ਅਕਾਊਂਟ ਸੰਗਤ ਨੂੰ ਦਿੱਤੀ ਜਾਏਗੀ, ਈਅਰਲੀ ਆਡਿਟ ਰਿਪੋਰਟ ਸੰਗਤ ਨੂੰ ਦਿੱਤੀ ਜਾਏਗੀ। ਅਗਰ ਇਹ ਵਾਲੇ ਰੂਲਸ ਰੈਗੂਲੇਸ਼ਨਸ ਫਾਲੋ ਹੋ ਜਾਣ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਮੇਜਰ ਪ੍ਰੋਬਲਮ ਹੈ ਮਿਸਮੈਨੇਜਮੈਂਟ ਦੀ, ਬਿਕੋਜ਼ ਖਤਮ ਹੋ ਜਾਏਗੀ। ਕਿਉਂਕਿ ਅਸੀਂ ਡੇਟਾ ਪ੍ਰੋਵਾਈਡ ਨਹੀਂ ਕਰਦੇ, ਕਿਉਂਕਿ ਡੇਟਾ ਪ੍ਰੋਪਰ ਬਣ ਨਹੀਂ ਰਿਹਾ, ਕਿਉਂਕਿ ਅਸੀਂ ਕੰਮ ਪਹਿਲੇ ਕਰਨੇ ਆ, ਅਕਾਊਂਟਸ ਬਾਅਦ ਚੋਂ ਬਣਾਉਂਦੇ ਆ, ਜੋ ਕਿ ਵਾਇਓਲੇਸ਼ਨ ਹੈ, ਵਨ ਆਫ ਦਾ ਵਾਇਓਲੇਸ਼ਨ ਹੈ। ਸਕੂਲ ਅਗਰ ਵੇਖੇ ਜਾਣ ਤੇ ਉਹ ਘਾਟੇ ਨੇ, ਉਹਨਾਂ ਦੀ ਤਨਖਾਹਾਂ ਇਸ ਕਰਕੇ ਦਿੱਤੀਆਂ ਗਈਆਂ ਨੇ ਇਸ ਮਹੀਨੇ ਤੋਂ ਕਿਉਂਕਿ ਇਲੈਕਸ਼ਨ ਆ ਗਿਆ ਨੇ। ਇਲੈਕਸ਼ਨ ਨੇ ਹਸਪਤਾਲ ਜਿਹੜਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ, ਉਹ ਅਸੀਂ ਇੱਕ ਜਾਲੀ, ਕਹਿੰਦੇ ਸ਼ਰਮ ਆਉਂਦੀ ਹੈ ਕਿ ਉਹ ਜਾਲੀ ਜਿਹਾ ਬਣਾਤਾ ਵੇ। ਉਹ ਡਾਇਲਿਸਿਸ ਸੈਂਟਰ ਜਿੱਦਾਂ ਕੰਟਰੈਕਟ ਕਿਸੇ ਹੋਰ ਕੋਲੇ, ਪੈਸੇ ਕਿਤੇ ਹੋਰ ਕੋਲ ਜਾ ਰਹੇ ਨੇ। ਜਿਹੜੇ ਵੀ ਕਾਰਜ ਕਰ ਰਹੇ ਹੋ ਗਲਤ ਵੀ ਹੋਣਗੇ, ਲੇਕਿਨ ਅਸੀਂ ਟਰਾਂਸਪੇਰੈਂਟ ਰਹੀਏ, ਅਸੀਂ ਸਿਰਫ ਇਲੈਕਸ਼ਨ ਵਾਸਤੇ ਨਾ ਕੰਮ ਕਰੀਏ। ਉਹੀ ਗੱਲ ਕਰ ਰਹੇ ਵੀ ਜੀ, ਕਿਉਂਕਿ ਇਹ ਸਾਰੇ ਅਗਰ ਜਿੰਨੇ ਅਸੀਂ ਕੰਮ ਦੇਖੀਏ ਕਿ ਇਹ ਸਾਰੇ ਇੱਕੋ ਮਹੀਨੇ ਦੇ ਵਿੱਚ ਅਗਰ ਸਕੂਲ ਦੀ ਤਨਖਾਹਾਂ ਵੀ ਦਿੱਤੀਆਂ ਜਾ ਸਕਦੀਆਂ ਨੇ, ਇੱਕ ਮਹੀਨੇ ਦੇ ਵਿੱਚ ਡਾਇਲਿਸਿਸ ਸੈਂਟਰ ਵੀ ਖੋਲਿਆ ਜਾ ਸਕਦਾ ਵੇ, ਇੱਕ ਮਹੀਨੇ ਦੇ ਵਿੱਚ ਅਸੀਂ ਸਟਾਫ ਦੀ ਤਨਖਾਹ ਵੀ ਦੇ ਸਕਦੇ ਹਾਂ। ਕਿ ਜਦੋਂ ਸਾਡੇ ਕੋਲ 4 ਸਾਲ ਸਨ, ਸੁਨਹਿਰੀ 4 ਸਾਲ, ਉਹਨਾਂ 4 ਸਾਲਾਂ ਦੇ ਵਿੱਚ ਅਸੀਂ ਇਹ ਸਾਰੇ ਕੰਮ ਅਗਰ ਕੀਤੇ ਹੁੰਦੇ ਤਾਂ ਸਾਡਾ ਜਿਹੜਾ ਸੀ ਮੁਹਾਰ ਸੀ ਕੌਮ ਦਾ, ਉਹ ਕਿਤੇ ਨਾ ਕਿਤੇ ਇੱਕ ਸੁਨਹਿਰੀ ਰੂਪ ਲੈ ਚੁੱਕਾ ਹੁੰਦਾ। ਲੇਕਿਨ ਅਸੀਂ ਸਾਰੇ ਦਾ ਸਾਰਾ ਜਿਹੜਾ ਇੱਕ ਰੱਖਿਆ ਹੁੰਦਾ ਕਿ ਅਖੀਰਲੇ ਮਹੀਨੇ 'ਚ ਇਹ ਕੰਮ ਕਰਕੇ ਇੱਕ ਵਾਰੀ ਫਿਰ ਸੰਗਤ ਨੂੰ ਬੇਵਕੂਫ ਬਣਾ ਕੇ ਫਿਰ ਅਸੀਂ ਗੱਦੀ ਦੇ ਕਾਬਜ਼ ਹੋ ਜਾਵਾਂਗੇ, ਫਿਰ ਅਸੀਂ ਖਜ਼ਾਨੇ ਲੁੱਟਾਂਗੇ, ਫਿਰ ਅਖੀਰਲੇ ਮਹੀਨੇ ਫਿਰ ਅਸੀਂ ਇਹੋ ਜਿਹੇ ਕੰਮ ਕਰ ਜਾਵਾਂਗੇ। ਇਹ ਇੱਕ ਗੇੜਾ ਚੱਲਦਾ, ਇੱਕ ਸਾਈਕਲ ਬਣ ਗਈ। ਉਹਦੇ ਵਿੱਚ ਅਸੀਂ ਫਸੇ ਹੋਏ ਹਾਂ ਜੀ। ਸੀਸਗੰਜ ਗੁਰਦੁਆਰੇ ਤੋਂ ਇੱਕ ਕਿਤਾਬਚਾ ਜਿਹੜਾ ਛਪਦਾ ਸੀਗਾ, ਉਹਦੇ ਵਿੱਚ ਅਕਾਊਂਟ ਛਪਦੇ ਸਨ, ਲੇਕਿਨ ਉਹ ਵੀ ਬੰਦ ਕਰਤੇ। ਹਾਲਾਂਕਿ ਇਹ ਵੀ ਕਿਹਾ ਜਾਂਦਾ ਕਿ ਉਹ ਅਕਾਊਂਟ ਜਿਹੜੇ ਸਨ ਪੂਰੀ ਤਰ੍ਹਾਂ ਫੈਕਟ ਨਹੀਂ ਸੀਗਾ, ਲੇਕਿਨ ਉਹ ਵੀ ਬੰਦ ਕਰਤੇ ਨੇ। ਜਿਹੜਾ ਵੀ ਹਿਸਾਬ ਸੰਗਤ ਕੋਲ ਜਾਂਦਾ ਸੀਗਾ ਉਹ ਕਿਤੇ ਨਾ ਕਿਤੇ ਬੰਦ ਕਰਤਾ ਵੇ, ਉਸ ਤੱਕ ਸੰਗਤ ਨੂੰ ਉਸ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ। ਗੋਲਕ ਕਿੰਨੀ ਹੈ ਸੰਗਤ ਨੂੰ ਨਹੀਂ ਪਤਾ, ਸਕੂਲ ਦਾ ਹਿਸਾਬ ਕਿੰਨਾ ਹੈ ਸੰਗਤ ਨੂੰ ਨਹੀਂ ਪਤਾ, ਗੁਰਦੁਆਰੇ ਤੋਂ ਕਿੰਨੀ ਇਨਕਮ ਹੈ ਸੰਗਤ ਨੂੰ ਨਹੀਂ ਪਤਾ, ਹਸਪਤਾਲਾਂ ਦਾ ਕੀ ਸਟੇਟਸ ਹੈ ਸੰਗਤ ਨੂੰ ਨਹੀਂ ਪਤਾ, ਕੁਝ ਵੀ ਸੰਗਤ ਨੂੰ ਨਹੀਂ ਪਤਾ। ਸੰਗਤ ਨੂੰ ਸਿਰਫ ਇੰਨਾ ਪਤਾ ਵੇ ਕਿ 3 ਧੜੇ ਨੇ ਮੇਨ, ਬਾਦਲ ਦਲ, ਜਾਗੋ ਦਲ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਦਲ। ਇਸ ਤੋਂ ਇਲਾਵਾ ਅਗਰ ਸੰਗਤ ਨੂੰ ਕੁਝ ਪਤਾ ਹੈ ਤਾਂ ਉਹ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ, ਉਹ ਇਹਨਾਂ ਗੱਲਾਂ ਦੇ ਵਿੱਚ ਹੀ ਉਲਝੇ ਰਹਿ ਜਾਣ ਤੇ ਇੱਕ ਵਾਰੀ ਫਿਰ ਇਲੈਕਸ਼ਨ ਹੋ ਜਾਣ, ਫਿਰ ਸਾਨੂੰ ਗੱਦੀ ਮਿਲ ਜਾਵੇ, ਫਿਰ ਅਸੀਂ 4 ਸਾਲ ਰਾਜ ਕਰੀਏ, ਸੇਵਾ ਨਾ ਕਰੀਏ। ਇਹ ਇੱਕ ਬੜੀ ਵੱਡੀ ਸਿਚੁਏਸ਼ਨ ਸਾਡੀ ਕਮਿਊਨਿਟੀ ਤੇ ਬਣੀ ਹੋਈ ਹੈ। ਭੁਪਿੰਦਰ ਵੀਰ ਜੀ, ਤੁਸੀਂ ਸਹਿਮਤ ਹੋ ਇਸ ਗੱਲ ਤੋਂ? ਬਿਲਕੁਲ ਪੂਰੀ ਤਰ੍ਹਾਂ ਸਹਿਮਤ ਹਾਂ ਵੀਰ ਜੀ, ਪੂਰੀ ਤਰ੍ਹਾਂ। ਤੇ ਕੁਲਜੀਤ ਜੀ, ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਮੈਂ ਵੀਰ ਜੀ ਇਹਨੂੰ ਆਪਣੇ ਇੱਕ ਤਰੀਕੇ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕਰਨਾ
मैं गलत भी हो सकदा, माफी चाहना संगत तो ते आप जी तो। ਅਸੀਂ ਅਗਰ ਆਪਣੀ ਐਸੈਟਸ ਦੀ ਅਸੀਂ ਵੈਲਥ ਦੀ ਅਗਰ ਕੈਲਕੂਲੇਸ਼ਨ ਕਰੀਏ ਕਿ ਸਾਡੇ ਕੋਲ ਹਿਸਟੋਰੀਕਲ ਗੁਰਦੁਆਰੇ ਅਪਰੋਕਸੀਮੇਟਲੀ 12 ਦੇ ਆਸ-ਪਾਸ ਦਿੱਲੀ ਦੇ ਅੰਦਰ ਹੈਗੇ ਨੇ। ਸਾਡੇ ਕੋਲ ਲਗਭਗ 6-650 ਗੁਰਦੁਆਰਾ ਸਭਾਨ ਹੈਗੇ ਨੇ, ਸਿੱਖ ਸਭਾ ਗੁਰਦੁਆਰੇ ਨੇ ਦਿੱਲੀ ਦੇ ਅੰਦਰ। ਅਗਰ ਤੇ ਸਾਡੇ ਕੋਲ 12 ਸਕੂਲ ਹੈਗੇ ਨੇ, ਕਾਲਜਿਸ ਹੈਗੇ ਨੇ, ਅਗਰ ਇਹਨਾਂ ਦੀ ਐਸੈਟਸ ਦੀ ਕੈਲਕੂਲੇਸ਼ਨ ਕਰੀਏ, ਇੱਕ ਕ੍ਰਿਟੀਕਲ ਐਨਾਲਿਸਿਸ ਕਰੀਏ ਕਿ ਮੇਰੇ ਕੋਲ ਅਰਬਾਂ ਖਰਬਾਂ ਦੀ ਐਸੈਟਸ ਨੇ। ਬਿਲਕੁਲ ਹੈ, ਅਰਬਾਂ ਖਰਬਾਂ ਦੀ ਐਸੈਟਸ ਨੇ, ਤੇ ਪੰਥ ਨੂੰ ਅਸੀਂ ਦੇ ਕੀ ਰਹੇ, ਕਮਿਊਨਿਟੀ ਨੂੰ ਕੀ ਦੇ ਰਹੇ, ਕੰਟਰੀ ਨੂੰ ਕੀ ਦੇ ਰਹੇ। ਅਸੀਂ ਆਈਪੀਐਸ ਨਹੀਂ ਕੱਢ ਪਾ ਰਹੇ ਪਿਛਲੇ 20 ਸਾਲ ਤੋਂ, 15 ਸਾਲ ਤੋਂ, ਨਾ ਆਈਐਸ, ਨਾ ਆਈਪੀਐਸ, ਨਾ ਡਾਕਟਰ, ਨਾ ਚਾਰਟਰਡ ਅਕਾਊਂਟੈਂਟ, ਨਾ ਇੰਜੀਨੀਅਰ। ਤੇ ਇਹ ਵੈਲਥ ਕਿੰਨੂੰ, ਇਹਨੂੰ ਯੂਜ਼ ਕੌਣ ਕਰ ਰਿਹਾ ਹੈ, ਇਹਨੂੰ ਐਕਸਪਲੋਇਟ ਕੌਣ ਕਰ ਰਿਹਾ? ਜਦ ਪੰਥ ਤੋਂ ਅਸੀਂ ਕ੍ਰੀਏਟ ਹੀ ਨਹੀਂ ਕਰ ਪਾ ਰਹੇ, ਅਸੀਂ ਕਿਰਦਾਰ ਹੀ ਕ੍ਰੀਏਟ ਨਹੀਂ ਕਰ ਪਾ ਰਹੇ ਜੋ ਕੌਮ ਵਾਸਤੇ ਕੱਲ ਨੂੰ ਕੰਮ ਕਰੇਗਾ। ਗੁਰੂ ਨਾਨਕ ਜਿਹੜੀ ਪਹਿਲੀ ਜਿਹੜੀ ਫਿਲਾਸਫੀ ਹੈ ਉਹ ਕਰਤਾ ਪੁਰਖ ਵਾਲੀ, ਉਹ ਕ੍ਰੀਏਟਰ ਵਾਲੀ, ਅਗਰ ਅਸੀਂ ਉਸ ਨੂੰ ਹੀ ਨਹੀਂ ਫੋਲੋ ਕਰ ਰਹੇ ਹਾਂ ਤਾਂ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਈਏ, ਅਸੀਂ ਉਸ ਕਮੇਟੀ ਦੇ ਦੁਆਰਾ ਜਿਹੜੀ ਸਾਡੀ ਹੀ ਬਣਾਈ ਹੋਈ ਹੈ ਆਪਣੇ ਪੈਰਾਂ ਤੇ ਅਸੀਂ ਆਪ ਹੀ ਇਹਨੂੰ ਦੂਸਰੇ ਪੱਖੋਂ ਸਮਝਣ ਦੀ ਕੋਸ਼ਿਸ਼ ਕਰੀ। ਕੀ ਪਤਾ ਕਮੇਟੀਆਂ ਹੀ ਨਾ ਚਾਹੁੰਦੀਆਂ ਉਨਕੇ ਇਸ ਪਾਸੇ ਜਾਣ, ਸਿਰਫ ਲੰਗਰ ਵਾਲੇ ਪਾਸੇ ਹੀ ਲੱਗੇ ਰਹੇ। ਬਿਲਕੁਲ, ਜਿਹੜਾ ਕਿ ਇੱਕ ਪੱਗ ਨੂੰ ਦੇਖ ਕੇ ਡੈਫੀਨੇਸ਼ਨ ਆ ਜੀ, ਪਹਿਲੇ ਪੱਗ ਨੂੰ ਵੇਖ ਕੇ ਡੈਫੀਨੇਸ਼ਨ ਆਉਂਦੀ ਕਿ ਇਹ ਆਬਰੂ ਬਚਾਏਗਾ। ਅੱਜ ਸਿਰਫ ਲੰਗਰ ਹੈ, ਲੰਗਰ ਦੇ ਖਿਲਾਫ ਨਹੀਂ ਆ, ਲੰਗਰ ਅਸੀਂ ਵਰਤਾਨਾ ਹੈ। ਲੰਗਰ ਇੱਕ ਪ੍ਰੋਸੈਸ ਹੈਗਾ, ਇੱਕ ਸਿਧਾਂਤਿਕ ਪ੍ਰੋਸੈਸ ਹੈ। ਲੇਕਿਨ ਉਹ ਅਸੀਂ ਟਾਈਮ ਦੇ ਵਿੱਚ ਜਦੋਂ ਪਾਰਟੀਸ਼ਨ ਹੋਇਆ ਸੀਗਾ, ਸਿੱਖਾਂ ਨੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਸਨ। ਪਰਸੈਂਟੇਜ ਸਾਡੀ ਸਿਰਫ 2% ਹੈ ਵਰਲਡ ਵਾਈਡ, ਲੇਕਿਨ ਉੱਥੇ ਪਰਸੈਂਟ ਮੈਜੋਰਿਟੀ ਹੈ। ਅੱਜ ਸਾਡੀ ਟੈਕਨੋਲੋਜੀ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ, ਬੱਚੇ ਸਾਡੇ ਆਰਟੀਫੀਸ਼ੀਅਲ ਇੰਟੈਲੀਜੈਂਸ ਪੜ੍ਹ ਰਹੇ ਨੇ। ਸਾਡਾ ਬੱਚਾ ਬੇਸਿਕ ਪੜ੍ਹਾਈ ਨਹੀਂ ਕਰ ਰਿਹਾ, ਆਰਟੀਫੀਸ਼ੀਅਲ ਦੀ ਤੇ ਗੱਲ ਹੀ ਦੂਰ ਦੀ ਹੈ। ਕਿਸੇ ਮੈਨੀਫੈਸਟੋ ਦੇ ਵਿੱਚ ਕਿਸੇ ਨੇ ਦਿਖਾਇਆ ਜੀ ਮੈਂ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਪੜਾਵਾਂਗਾ, ਮੈਂ ਡਾਕਟਰ ਬਣਾਵਾਂਗਾ, ਮੈਂ ਇੰਜੀਨੀਅਰ ਬਣਾਵਾਂਗਾ, ਮੈਂ ਆਈਏਐਸ ਆਈਪੀਐਸ ਕੱਢਣੇ ਨੇ, ਇਹ ਮੇਰਾ ਮੈਨੀਫੈਸਟੋ ਹੈ। ਕਿਸੇ ਦਾ ਨਹੀਂ ਹੈ, ਕਿਉਂਕਿ ਉਹਨਾਂ ਦੀ ਆਪਣੀ ਸੋਚ ਨਹੀਂ ਹੈ। ਉਹ ਸਿਰਫ 3 ਗੁਰਦੁਆਰੇ ਦੇ ਇਲਾਵਾ ਚੌਥਾ ਗੁਰਦੁਆਰਾ ਦੱਸ ਦਿਓ ਜਿੱਥੇ ਕੋਈ ਉਸਾਰੀ ਹੋ ਰਹੀ ਹੋਵੇ। ਸਿਰਫ 3 ਗੁਰਦੁਆਰੇ ਦੀ ਬਿਊਟੀਫਿਕੇਸ਼ਨ ਹੁੰਦੀ ਹੈ, ਪੱਥਰ ਟੁੱਟਦਾ, ਪੱਥਰ ਲੱਗਦਾ, ਕਾਹਦੇ ਲਈ? ਗੁਰਦੁਆਰੇ ਪੀਲੇ ਹੋ ਗਏ ਨੇ, ਕਰੈਕਟਰ ਕਾਲੇ ਹੋ ਗਏ ਨੇ, ਮੈਂ ਕਾਹਦੇ ਲਈ? ਪਰਪਸ ਕੀ ਹੋ? ਬਸ ਇਹ ਸੌਰੀ ਟੂ ਸੇ ਕਿ ਇਹ ਖੈਰ ਸਿਚੁਏਸ਼ਨ ਸਾਡੇ ਸਾਹਮਣੇ ਬਣੀ ਹੈ, ਹੁਣ ਸਮਾਂ ਇੰਨੀ ਇਜਾਜ਼ਤ ਨਹੀਂ ਦਿੰਦਾ। ਲੇਕਿਨ ਅਸੀਂ ਬਾਰ-ਬਾਰ ਰੋਜ਼ ਹਰ ਅਸੀਂ ਪ੍ਰੋਗਰਾਮ ਦੇ ਵਿੱਚ ਇਹੀ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਹੁਣ ਵੇਲਾ ਹੈ ਸਾਡੇ ਕੋਲ। 4 ਸਾਲ ਪਛਤਾਉਣ ਨਾਲੋਂ ਅੱਛਾ ਹੈ ਕਿ ਅੱਜ ਜਾਗ ਜਾਈਏ ਔਰ ਬਿਲਕੁਲ ਪਹਿਰਾ ਦਈਏ, ਕਿਉਂਕਿ ਪਹਿਰਾ ਦੇਣਾ ਅਸੀਂ ਇੱਕ ਇਹੋ ਜਿਹਾ ਚੌਕੀਦਾਰ ਨਾ ਦੁਬਾਰਾ ਲੱਭ ਕੇ ਲਿਆਈਏ ਜਿਹੜਾ ਕਿ ਆਪ ਹੀ ਵੇਚ ਕੇ ਖਾ ਜਾਵੇ ਸਾਰਾ ਕੁਝ। ਸੋ ਥੋੜੇ ਜਿਹੇ ਅਸੀਂ ਹੋਸ਼ ਕਰੀਏ, ਥੋੜਾ ਜਿਹਾ ਅਸੀਂ ਆਪਣੇ ਜੋਸ਼ ਤੇ ਹੋਸ਼ ਨੂੰ ਰਲਾ ਕੇ ਇੱਕ ਉਸਾਰੀ ਵਾਲਾ ਕੰਮ ਕਰੀਏ, ਉਹ ਜੋ ਸਾਡੇ ਆਉਣ ਵਾਲੇ ਬੱਚਿਆਂ ਦੇ ਕੰਮ ਆ ਸਕੇ। ਅਸੀਂ ਕਾਲਜ ਜਾ ਸਕੀਏ, ਅਸੀਂ ਸਕੂਲ ਜਿਹੜੇ ਨੇ ਉਹਨਾਂ ਨੂੰ ਬਚਾ ਸਕੀਏ, ਅਸੀਂ ਇੰਸਟੀਚਿਊਟ ਐਜੂਕੇਸ਼ਨਲ ਇੰਸਟੀਚਿਊਟ ਨੇ ਉਹ ਬਣਾ ਸਕੀਏ, ਮੈਡੀਕਲ ਕਾਲਜ ਬਣਾ ਸਕੀਏ। ਇਹੋ ਜਿਹੇ ਇੰਸਟੀਚਿਊਟ ਤੇ ਅਸੀਂ ਕੰਮ ਕਰੀਏ, ਨਾ ਕਿ ਅਸੀਂ ਲੰਗਰ ਵਿੱਚ ਅੱਜ ਮੈਨਿਊ ਕੀਏ ਇਸ ਤੇ ਬਹਿ ਕੇ ਅਸੀਂ ਮੀਟਿੰਗਸ ਕਰੀਏ। ਸੋ ਉਮੀਦ ਹੈ ਅਸੀਂ ਇਸ ਗੱਲਾਂ ਤੇ ਅਸੀਂ ਵਿਚਾਰ ਜ਼ਰੂਰ ਕਰਾਂਗੇ। ਵੀਰ ਜੀ ਸਮਾਂ ਥੋੜਾ ਵੇ, ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਨ 30 ਸੈਕਿੰਡ ਅਗਰ ਅਸੀਂ 1 ਸਾਲ ਨਗਰ ਕੀਰਤਨ 3 ਨਗਰ ਕੀਰਤਨ ਦਿੱਲੀ ਦੇ ਨੇ ਪ੍ਰੋਮਿਨੈਂਟ, ਅਗਰ ਉਹਨੂੰ ਨਾ ਕਰੀਏ ਤੇ ਜਿਹੜਾ ਬਜਟ ਹੈ ਇਟ ਇਜ਼ ਮੋਰ ਦੈਨ 100 ਕਰੋੜ ਬਜਟ ਜੀ। ਕਿਤਨੇ ਇੰਸਟੀਚਿਊਟਸ ਖੁੱਲ ਸਕਦੇ ਨੇ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ। ਸਿਰਫ ਨਗਰ ਕੀਰਤਨ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ। ਬਿਲਕੁਲ, ਸਿੱਖੀ ਕਿਹੜੇ ਪਾਸੇ ਜਾ ਰਹੀ ਹੈ ਮੇਰੇ ਤੋਂ ਜ਼ਿਆਦਾ ਆਪ ਤੁਸੀਂ ਜਾਣਦੇ ਹੋ। ਔਰ ਲੰਗਰ ਵੀ ਅਸੀਂ ਸਿੰਪਲੀਫਾਈ ਕਰ ਦਈਏ ਜਿਹਨੂੰ ਜ਼ਰੂਰਤ। ਜੀ ਦੇਖੋ 350 ਦੇ ਆਸ-ਪਾਸ ਸਟਾਲ ਲੱਗਦੇ ਨੇ, ਐਵਰੇਜ ਪਰ ਸਟਾਲ ਦੀ ਕਾਸਟ ਹੈ 1 ਲੱਖ ਰੁਪਇਆ, ਕਈਆਂ ਦੀ 10 ਲੱਖ ਵੀ ਹੈ। 350 into 1 ਲੱਖ ਔਰ 3 ਨਗਰ ਕੀਰਤਨ, ਆਪ ਦੇਖੋ ਕਿੰਨਾ ਪੈਸਾ ਵੇਸਟ ਹੋ ਰਿਹਾ ਹੈ। ਬਿਲਕੁਲ ਬਿਲਕੁਲ। ਸੋ ਅਸੀਂ ਆਪਣੀ ਸਾਨੂੰ ਹੁਣ ਆਊਟ ਆਫ ਬਾਕਸ ਸੋਚਣ ਦੀ ਲੋੜ ਹੈ। ਕੌਮ ਨੂੰ ਅਸੀਂ ਸੰਭਾਲੀਏ ਔਰ ਅਸੀਂ ਉਹ ਜਿਹੇ ਕੈਂਡੀਡੇਟਸ ਨੂੰ ਅੱਗੇ ਲੈ ਕੇ ਆਈਏ, ਉਹ ਪਾਰਟੀ ਨੂੰ ਅੱਗੇ ਲੈ ਕੇ ਆਈਏ ਜਿਹੜਾ ਸਾਡਾ ਭਲਾ ਕਰ ਸਕੇ, ਸਾਡੇ ਬੱਚਿਆਂ ਦਾ ਭਲਾ ਕਰ ਸਕੇ, ਸਾਡੀ ਕਮਿਊਨਿਟੀ ਦਾ ਭਲਾ ਕਰ ਸਕੇ, ਪੂਰੀ ਦੁਨੀਆ ਦਾ ਇੱਕ ਉਸਾਰੂ ਕੰਮ ਕਰ ਸਕੇ। ਜੋ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੀਤਾ ਸੀ, ਜਿਸ ਦੇ ਕਰਕੇ ਸਾਨੂੰ ਉਹਨਾਂ ਤੇ ਮਾਣ ਹੈ। ਆਉਣ ਵਾਲੇ ਟਾਈਮ ਤੇ ਸਾਡੀ ਪਨੀਰੀ ਨੂੰ ਸਾਡੇ ਉੱਤੇ ਮਾਣ ਹੈ, ਅਸੀਂ ਇਹੋ ਜਿਹਾ ਕੰਮ ਕਰ ਜਾਈਏ। ਸੋ ਮੈਂ ਕੁਝ ਕਹਿਣਾ ਚਾਹੁੰਦਾ। ਦੇਖੋ ਸਰਦਾਰ ਸਾਹਿਬ ਦੇ ਟਾਈਮ ਮੈਂ ਇੱਕ ਪਹਿਲੇ ਗੱਲ ਕੀਤੀ ਸੀ, ਗੁਰੂ ਦੀ ਗੋਲਕ ਗਿਣਨ ਵਾਸਤੇ ਬੈਂਕ ਆਉਂਦੇ ਸੀ,
ਉਹ ਬੈਂਕ ਆਪਣੇ ਜਿਹੜਾ ਗੁਰੂ ਦੀ ਗੋਲਕ ਹੁੰਦੀ ਸੀ ਆਪਣੇ ਪਾਸ ਲੈ ਕੇ ਤੇ ਬੈਂਕ ਤੇ ਸਿੱਧਾ ਜਮਾ ਹੁੰਦੇ ਸੀ। ਪਰ ਇੱਥੇ ਆ ਕੇ ਜਿਹੜਾ ਸਿਸਟਮ ਚੇਂਜ ਹੋਇਆ ਨਾ, ਤੇ ਗੁਰੂ ਦੀ ਗੋਲਕ ਇੱਥੇ ਗਿਣ ਲੱਗ ਪਈ, ਫਿਰ ਹਫ਼ਤੇ ਦੇ ਵਿੱਚ 4 ਵਾਰੀ 3 ਵਾਰੀ, ਤੇ ਇਹ ਸਿਸਟਮ ਵੀ ਨਾ ਖਤਮ ਹੋਣਾ ਚਾਹੀਦਾ। ਗੁਰੂ ਦੀ ਗੋਲਕ ਬੈਂਕਾਂ ਨੂੰ ਦੋ, ਉਹ ਬੈਂਕ ਗਿਣ ਕੇ ਆਣ, ਔਰ ਐਕਚੁਅਲ ਜਿਹੜਾ ਅਮਾਉਂਟ ਹੈ ਉਹ ਵੀ ਸੰਗਤ ਦੇ ਸਾਹਮਣੇ ਆਣਾ ਚਾਹੀਦਾ, ਔਰ ਹਰ ਮਹੀਨੇ ਇਹਨਾਂ ਨੂੰ ਆਪਣਾ ਹਿਸਾਬ ਦੇਣਾ ਚਾਹੀਦਾ। ਤੇ ਦੇਖੋ, ਔਰ ਹਰ ਸਾਲ ਆਡਿਟ ਕਰਨਾ ਚਾਹੀਦਾ। ਸੰਗਤ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਤੁਹਾਨੂੰ ਚੜਾਵਾ ਦੇਣ ਨੂੰ ਤਿਆਰ ਬੈਠੀ ਹੈ, ਪਰ ਜਦੋਂ ਕਰਪਸ਼ਨ ਤਾਂ ਦੇਖਦੇ ਨਾ, ਮੇਰੇ ਨਾਲ ਗੱਲ ਕਰਦੇ ਕੀ ਹੋ ਰਿਹਾ ਭੁਪਿੰਦਰ ਵੀਰ ਜੀ, ਤੁਸੀਂ ਚਾਟਾ ਬਟਾ ਵੈਸੇ ਉਪਰਾਲਾ ਕੀਤਾ। ਮੈਂ ਭੁਪਿੰਦਰ ਵੀਰ ਜੀ, ਮੈਂ ਐਜ਼ ਅ ਸੰਗਤ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਚੜਾਵਾ ਦੇਣਾ ਬੰਦ ਹੀ ਕਰ ਦਿਓ, ਕਿਰਪਾ ਕਰਕੇ। ਜਿਹੜੇ ਤੁਹਾਡੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਫੀਸ ਦੇ ਦਿਓ, ਚੜਾਵਾ ਹੈ। ਜਿਹੜੇ ਗਰੀਬ ਪੜ੍ਹਨਾ ਚਾਹੁੰਦੇ ਨੇ ਉਹਨਾਂ ਵਾਸਤੇ ਥੋੜਾ ਜਿਹਾ ਕੰਮ ਕਰ ਦਿਓ, ਉਹ ਚੜਾਵਾ ਵੇ। ਜਿਹੜੀ ਗੋਲਕ ਗੁਰਦੁਆਰੇ ਚੜ੍ਹਦੀ ਉਹਦੇ ਨਾਲ ਗੁਰਦੁਆਰੇ ਦਾ ਪ੍ਰਬੰਧ ਬੜਾ ਵਧੀਆ ਚੱਲਦਾ ਵੇ, ਉਹ ਚੜਾਵਾ ਵੇ। ਲੇਕਿਨ ਕਿਸੇ ਵੀ ਪ੍ਰਧਾਨ ਨੂੰ, ਕਿਸੇ ਵੀ ਅਹੁਦੇਦਾਰ ਨੂੰ ਪੈਸੇ ਨਹੀਂ ਚਾਹੀਦੇ। ਸਾਰੇ ਸੇਵਾਦਾਰ ਵਜੋਂ ਆਏ ਨੇ, ਉਹਨਾਂ ਨੂੰ ਸੇਵਾ ਹੀ ਕਰਨ ਦਿਓ, ਉਹਨਾਂ ਨੂੰ ਨੋਟ ਦਿਖਾਓ ਹੀ ਨਾ। ਦੇਖੋ ਸਰਨਾ ਸਾਹਿਬ ਦੇ ਟਾਈਮ ਦੇ ਵਿੱਚ, ਦੇਖੋ ਸਰਨਾ ਸਾਹਿਬ ਦੇ ਟਾਈਮ ਤੇ ਇੱਕ ਉਪਰਾਲਾ ਕੀਤਾ ਗਿਆ ਸੀ। ਅੱਜ ਹਸਪੀਟਲ ਹੁੰਦਾ ਬਾਲਾ ਸਾਹਿਬ, ਤੇ ਅੱਜ ਕੋਵਿਡ ਦੇ ਵਿੱਚ ਕਿੰਨਾ ਕੰਮ ਆਂਦਾ। ਉਹੀ ਵਿਰੋਧੀਆਂ ਨੇ ਗਲਤ ਪ੍ਰਚਾਰ ਕਰਕੇ ਉਸ ਚੀਜ਼ ਨੂੰ ਵੀ ਬੜਾ ਨੁਕਸਾਨ ਕੀਤਾ ਕੌਮ ਦਾ। ਦੇਖੋ ਇੱਕ ਸਾਡਾ ਬੜਾ ਅੱਛਾ ਮੈਸੇਜ ਜਾਣਾ ਸੀ ਪੂਰੀ ਦੁਨੀਆ ਦੇ ਵਿੱਚ। ਸਰਨਾ ਸਾਹਿਬ ਨੇ ਦੇਖੋ ਕਾਲਜ ਵੀ ਖੋਲੇ ਸੀ, ਉਹ ਅੱਜ ਸਾਰੇ ਬੰਦ ਹੋਣ ਤੇ ਆ ਗਏ। ਉਸ ਟਾਈਮ ਅਸੀਂ ਮੈਂ ਆਪਣੀ ਬਿਟੀਆਂ ਨੂੰ ਪੜ੍ਹਾਇਆ ਸੀ, ਤੇ ਵੀਰ ਜੀ ਮੈਨੂੰ ਸਿਫਾਰਿਸ਼ ਲਗਾਉਣੀ ਪਈ ਸੀ ਗੁਰੂ ਹਰਕ੍ਰਿਸ਼ਨ ਸਕੂਲਾਂ ਦੇ ਵਿੱਚ, ਤੇ ਬੱਚਿਆਂ ਨੂੰ ਸਿਫਾਰਿਸ਼ ਲੈ ਕੇ ਭਰਤੀ ਹੁੰਦੇ ਸੀ। ਅੱਜ ਕੀ ਤੁਸੀਂ ਬੱਚੇ ਕਿੰਨੇ ਰਹਿ ਗਏ ਤੁਹਾਡੇ ਸਕੂਲਾਂ ਦੇ, ਕਿਉਂਕਿ ਤੁਹਾਡਾ ਸਟੈਂਡਰਡ ਹੀ ਅੰਦਰ ਡਿੱਗ ਗਿਆ ਜੀ। ਵੀਰ ਜੀ ਉਹੀ ਵੀਰ ਜੀ ਅਸੀਂ ਉਹੀ ਗੱਲ ਕਰ ਰਹੇ ਕਿ ਅਸੀਂ ਆਪਣੇ ਇੰਸਟੀਚਿਊਟ, ਆਪਣੇ ਮੈਡੀਕਲ ਕਾਲਜਿਸ, ਆਪਣੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਬਚਾ ਲਈਏ। ਉਹ ਇਸ ਵੇਲੇ ਬਹੁਤ ਜ਼ਰੂਰੀ ਨੇ, ਰਾਦਰ ਦੈਨ ਲੰਗਰ ਦੇ ਸਟਾਲ ਅਲੱਗ-ਅਲੱਗ ਲਗਾ ਲਈਏ। ਉਹ ਸਾਨੂੰ ਥੋੜੀ ਦੇਰ ਵਾਸਤੇ ਕਿ ਹਮੇਸ਼ਾ ਵਾਸਤੇ ਸਾਨੂੰ ਉਹ ਭੁੱਲਣਾ ਚਾਹੀਦਾ, ਉਸ ਚੈਪਟਰ ਨੂੰ ਬੰਦ ਕਰਨਾ ਚਾਹੀਦਾ ਵੇ ਤੇ ਇੱਕ ਨਵੇਂ ਚੈਪਟਰ ਨੂੰ ਖੋਲਣਾ ਚਾਹੀਦਾ ਵੇ। ਸੋ ਆਪ ਦੋਹਾਂ ਦਾ ਵੀਰ ਜੀ ਬਹੁਤ-ਬਹੁਤ ਧੰਨਵਾਦ। ਬੜੀ ਇੰਪੋਰਟੈਂਟ ਜਿਹੜੀ ਜਾਣਕਾਰੀ ਸੀ ਉਹ ਤੁਸੀਂ ਸਾਡੇ ਸਾਰੇ ਦਰਸ਼ਕਾਂ ਨਾਲ ਸਾਡੇ ਨਾਲ ਤੁਸੀਂ ਸਾਂਝੀ ਕੀਤੀ ਹੈ। ਉਮੀਦ ਹੈ ਦਰਸ਼ਕ ਇਸ ਜਾਣਕਾਰੀ ਤੋਂ ਕੁਝ ਸਿੱਖ ਕੇ ਚੰਗੇ ਸਿੱਖ ਬਣਨਗੇ ਤੇ ਆਪਣੇ ਜਿਹੜੇ ਉਹਨਾਂ ਦੇ ਅਧਿਕਾਰ ਨੇ, ਉਹਨਾਂ ਦੇ ਆਪਣੇ ਜਿਹੜੇ ਰਾਈਟਸ ਨੇ, ਉਹਨਾਂ ਬਾਰੇ ਉਹ ਜਾਗਰੂਕ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।